ਅੱਜ ਦਾ ਜਿਹੜਾ ਟੌਪਿਕ ਹੈਗਾ ਤੁਹਾਡੇ ਕਰਿਕੂਲਮ ਦਾ ਟੌਪਿਕ ਜਿਹੜਾ ਸੀਗਾ ਉਹ ਹੈ ਮੋਟੀਵੇਸ਼ਨ। ਆਈ ਹੈਵ ਜਸਟ ਮੈਂਸ਼ਨਡ ਵਨ ਵਰਡ ਇਨ ਕਰਿਕੂਲਮ, ਮੋਟੀਵੇਸ਼ਨ। ਪਰ ਜਦੋਂ ਅਸੀਂ ਮੋਟੀਵੇਸ਼ਨ ਦਾ ਕੰਟੈਂਟ ਦੇਖਦੇ ਹਾਂ, ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਕਿ 11 ਥਿਊਰੀਜ਼ ਆਰ देयर related to how to motivate our employees as well as student to learn, employees to work and student to learn। ਹੁਣ ਜਦੋਂ ਅਸੀਂ ਐਜੂਕੇਸ਼ਨਲ ਮੋਟੀਵੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਮੱਸਿਆ ਇਹ ਹੈ ਕਿ ਸਾਨੂੰ ਡਬਲ ਲੇਅਰ 'ਚ ਸੋਚਣਾ ਪੈ ਜਾਂਦਾ ਹੈ। ਹਾਲਾਂਕਿ ਮੈਨੂੰ ਐ ਲੱਗਦਾ ਹੈ ਕਿ ਪੋਸਟ ਗ੍ਰੈਜੂਏਟ ਲੈਵਲ ਦੇ ਉੱਪਰ, ਬਿਕੋਜ਼ ਵੀ ਆਰ ਪ੍ਰੀਪੇਅਰਿੰਗ ਟੀਚਰ ਐਜੂਕੇਟਰਸ ਐਂਡ देयर ਰੋਲ ਇਜ਼ ਟੂ ਮੋਟੀਵੇਟ ਦਾ EMPLOYE ਨੋਟ ਦਾ ਸਟੂਡੈਂਟਸ। ਪਰ ਫਿਰ ਤੁਹਾਡੇ ਬ੍ਰੇਨ 'ਚ ਆਏਗਾ ਕਿ ਐਮਐਡ ਕਰਨ ਤੋਂ ਬਾਅਦ ਅਸੀਂ ਐਮਐਡ ਦੇ ਸਟੂਡੈਂਟਸ ਨੂੰ ਵੀ ਤਾਂ ਪੜ੍ਹਾਵਾਂਗੇ, ਤਾਂ ਹੋ ਸਕਦਾ ਸਾਨੂੰ ਦੋਨੋਂ ਜਗ੍ਹਾ ਤੇ ਮੋਟੀਵੇਸ਼ਨ ਦੀ ਗੱਲ ਕਰਨੀ ਹੋਵੇ। ਤੇ ਇਸ ਕਰਕੇ ਥਿਊਰੀ ਜਿਹੜੀਆਂ ਨੇ ਉਹ 2 ਕੈਟਾਗਰੀਜ਼ ਡਿਵਾਈਡਡ ਨੇ। 6 ਥਿਊਰੀਜ਼ ਨੇ ਟੂ ਮੋਟੀਵੇਟ, ਹਾਊ ਟੂ ਮੋਟੀਵੇਟ ਦਾ EMPLOYES, ਔਰ 5 ਥਿਊਰੀਜ਼ ਨੇ ਹਾਊ ਟੂ ਮੋਟੀਵੇਟ ਦਾ ਸਟੂਡੈਂਟ ਟੂ ਲਰਨ। ਤਾਂ ਬਹੁਤ ਵੱਡਾ ਇਹਦਾ ਕੰਟੈਂਟ ਏਰੀਆ ਬਣ ਜਾਂਦਾ, ਬਿਕੋਜ਼ ਦੇ ਡੋਂਟ ਹੈਵ ਸਪੈਸੀਫਾਈਡ ਕਿ ਸਾਨੂੰ ਕਿਹੜੀ ਥਿਊਰੀ ਕਰਨੀ ਹੈ ਕਿਹੜੀ ਨਹੀਂ ਕਰਨੀ ਹੈ। ਜੇ ਮੇਰੇ ਵਰਗਾ ਬੈਠਾ ਹੋਵੇ ਤਾਂ ਜੇ ਬਹੁਤ ਵੀ ਕਰਦੇ ਤਾਂ ਇਹ ਇੱਕ ਵੱਖਰਾ ਯੂਨਿਟ ਬਣਦਾ ਮੋਟੀਵੇਸ਼ਨ ਦਾ, ਤੇ ਉਹਦੇ ਵਿੱਚ 2 ਥਿਊਰੀਜ਼ ਜਿਹੜੀਆਂ ਨੇ EMPLOYES ਦੀਆਂ ਹੁੰਦੀਆਂ ਤੇ 2 ਥਿਊਰੀਜ਼ ਉਹ ਹੁੰਦੀਆਂ, ਤੇ ਇੱਕ ਪੂਰਾ ਇੱਕ ਕੁਐਸਚਨ ਬਣ ਸਕਦਾ ਸੀਗਾ। ਇੱਕ ਕੁਐਸਚਨ ਇਹ ਬਣ ਸਕਦਾ ਵਟ ਇਜ਼ ਮੋਟੀਵੇਸ਼ਨ, ਵਾਟ ਆਰ ਟਾਈਪਸ ਆਫ ਮੋਟੀਵੇਸ਼ਨ ਵਗੈਰਾ, ਜਿਹੜਾ ਅਸੀਂ ਅੱਜ ਕਰ ਰਹੇ ਹੈਗੇ ਆ। ਤਾਂ ਹੁਣ ਇਹ ਬਹੁਤ ਡਿਟੇਲਡ ਹੈ ਤੇ ਮੇਰੇ ਕੋਲ ਪੋਸੀਬਿਲਿਟੀ ਨਹੀਂ ਹੈ ਕਿ ਮੈਂ 11 ਦੀਆਂ 11 ਥਿਊਰੀਜ਼ ਡਿਸਕਸ ਕਰਾਂ। ਮੈਂ ਕੁਝ ਥਿਊਰੀ ਡਿਸਕਸ ਕਰਾਂਗਾ ਜਿਹੜੀਆਂ ਇੰਪੋਰਟੈਂਟ ਨੇ ਤੇ ਜਿਨ੍ਹਾਂ ਦਾ ਕੰਟੈਂਟ ਆਪਣੇ ਕੋਲ, ਕੰਟੈਂਟ ਤਾਂ ਚਲੋ ਸਾਰਿਆਂ ਦਾ ਅਵੇਲੇਬਲ ਹੈ, ਪਰ ਜਿਹੜੀਆਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਹਮੇਸ਼ਾ ਆਉਂਦੀਆਂ ਨੇ, ਰੈਪੀਟੀਟਿਵਲੀ ਆ ਰਹੀਆਂ ਨੇ। ਤਾਂ ਅੱਜ ਅਸੀਂ ਸਿਰਫ ਗੱਲ ਕਰਦੇ ਹਾਂ ਕਿ ਮੋਟੀਵੇਸ਼ਨ ਮੈਂ ਗੂਗਲ ਕਲਾਸਰੂਮ 'ਚ ਤੁਹਾਡੇ ਕੋਲ ਕੰਟੈਂਟ ਜਿਹੜਾ ਹੈ ਉਹ ਅਪਲੋਡ ਕਰ ਦਿੱਤਾ। ਤੁਸੀਂ ਦੇਖ ਲਿਆ ਕਿ ਨਹੀਂ? ਗੂਗਲ ਕਲਾਸਰੂਮ ਦੇਖਿਆ ਤੁਸੀਂ? ਹਾਂਜੀ ਸਰ। ਹਾਂ, ਉਹਦੇ ਵਿੱਚ ਅਸੀਂ ਅੱਜ ਹੀ ਮੈਂ ਕੁਝ ਅਪਲੋਡ ਕੀਤਾ ਹੈ ਮੋਟੀਵੇਸ਼ਨ ਦੇ ਅੰਡਰ। ਜੇ ਤੁਸੀਂ ਆ ਦੇਖੋਗੇ ਤਾਂ ਇੱਥੇ ਅਸੀਂ ਮੋਟੀਵੇਸ਼ਨ 'ਚ ਤੁਹਾਡਾ ਜਿਹੜਾ ਹੈ ਕੰਟੈਂਟ ਪੰਜਾਬੀ, ਹਿੰਦੀ ਤੇ ਇੰਗਲਿਸ਼ ਦੇ ਵਿੱਚ ਜਿਹੜਾ ਅੱਜ ਅਸੀਂ ਪੜਾਂਗੇ, ਇਹ ਤਿੰਨੋਂ ਫਾਰਮੈਟ ਦੇ ਵਿੱਚ ਅਵੇਲੇਬਲ ਹੈਗਾ। ਤੁਸੀਂ ਇੱਥੋਂ ਕੰਸਲਟ ਕਰ ਸਕਦੇ ਹੋ ਤੇ ਦੇਖ ਸਕਦੇ ਹੋ। ਇਹਨੂੰ ਵੀ ਮੈਂ ਬਹੁਤ ਡਿਟੇਲ ਨਹੀਂ ਕਰਵਾਵਾਂਗਾ, ਜਸਟ ਵੀ ਵਿਲ ਟੱਚ ਦਾ ਡਿਫਰੈਂਟ ਏਰੀਆ ਜਿਹੜੇ ਹੈਗੇ ਆ, ਜਿਵੇਂ ਟਾਈਪਸ ਕੀ ਨੇ, ਫੰਕਸ਼ਨਸ ਕੀ ਨੇ, ਮੈਥਡਸ ਕੀ ਨੇ ਵਗੈਰਾ ਵਗੈਰਾ। ਤਾਂ ਉਹ ਅਸੀਂ ਸਾਰੇ ਨੂੰ ਟੱਚ ਕਰਾਂਗੇ। ਬਹੁਤ ਡਿਟੇਲਡ ਡਿਸਕਸ਼ਨ ਨਹੀਂ ਕਰਨ ਵਾਲਾ ਕਿਉਂਕਿ ਬੜਾ ਟਾਈਮ ਹੈਗਾ। ਇਹੀ 15-16 ਪੇजेस ਦਾ ਇੱਕ ਹੈਗਾ ਤੇ ਫਿਰ ਸੀਰੀਜ਼ ਮੇਰੇ ਤੇ ਪ੍ਰੈਸ਼ਰ ਬਹੁਤ ਹੈ। ਹਲੇ ਸਾਡਾ ਫਸਟ ਯੂਨਿਟ ਕੰਪਲੀਟ ਨਹੀਂ ਹੋਇਆ, ਹਲੇ 2 ਹੋਰ ਨੇ, ਡਿਸੀਜਨ ਮੇਕਿੰਗ ਐਂਡ ਅਪਰੇਜ਼ਲ। ਮੈਨੂੰ ਐਂ ਸਮਝ ਆਉਂਦੀ ਵੀ ਪੂਰਾ ਸਿਲੇਬਸ ਐਮਐਡ ਦਾ ਇੱਕ ਯੂਨਿਟ 'ਚ ਪਾਇਆ ਹੋਇਆ। ਚਲੋ ਅਸੀਂ ਸ਼ੁਰੂ ਕਰਦੇ ਹਾਂ ਕਿ ਮੋਟੀਵੇਸ਼ਨਲ concept of motivation। ਜਦੋਂ ਅਸੀਂ ਗੱਲ ਕਰਦੇ ਹਾਂ ਕਿ if all employees do not perform their work with the equal efficiency, we can't say that we are doing optimum work। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ optimum work ਕਰ ਰਹੇ ਹਾਂ। ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਹੈ। ਹਾਂਜੀ ਪ੍ਰਿयंका, हेलो। गुड मॉर्निंग। सर क्लास करनी है? क्लास तो चल रही, सर लिंक तो आपने सेंड ही नहीं किया। लिंक तो वही है गूगल क्लासरूम में, एक ही लिंक है, वो फिक्स है। उसे सेंड करना हो तो फिर मैं दोबारा गूगल क्लासरूम थोड़े शुरू कर। और ਜਦੋਂ ਅਸੀਂ ਗੱਲ ਕਰਦੇ ਹਾਂ ਕਿ ਐਫੀਸ਼ੀਐਂਸੀ ਜਾਂ ਆਪਟੀਮਮ ਜਿਹੜੀ ਹੈ यूटिलाइजेशन of human resources as well as the maximum output by any institute, it depends upon the degree of motivation of the employees of that institute। ਜਿੰਨਾ ਚਿਰ ਇੰਸਟੀਚਿਊਟ ਜਿਹੜੇ ਨੇ ਉਹ ਮੋਟੀਵੇਟ ਨਹੀਂ ਹੈ, ਜਿੰਨਾ ਚਿਰ ਉਹ ਇੰਥੂਸੀਜ਼ਮ ਦੇ ਨਾਲ ਕੰਮ ਨਹੀਂ ਕਰਦੇ, ਉਹਨਾਂ ਚਿਰ ਤੱਕ ਇਹ ਪੋਸੀਬਲ ਨਹੀਂ ਹੈ ਕਿ ਤੁਸੀਂ ਮੈਕਸਿਮਮ ਦੇ ਸਕੋ। ਤਾਂ ਜਦੋਂ ਅਸੀਂ ਪਰਫਾਰਮੈਂਸ ਦੀ ਗੱਲ ਕਰਦੇ ਹਾਂ ਹਿਊਮਨ ਰਿਸੋਰਸਿਸ ਦੀ, ਬਿਕੋਜ਼ ਵੀ ਹੈਵ ਟੂ ਡੀਲ ਵਿਦ ਦ ਸਾਈਕੋਲੋਜੀ ਆਫ ਹਿਊਮਨ ਬੀਇੰਗ। ਸਾਨੂੰ ਹਿਊਮਨ ਸਾਈਕੋਲੋਜੀ ਨਾਲ ਡੀਲ ਕਰਨਾ ਹੈ। ਤਾਂ ਹਿਊਮਨ ਸਾਈਕੋਲੋਜੀ ਜਿਹੜੀ ਹੈ ਉਹਦੇ ਵਿੱਚ 2 ਫੈਕਟਰ ਜਿਹੜੇ ਹੈਗੇ ਆ ਉਹ ਕਰਦੇ ਆ ਕਿਸੇ ਪਰਸਨ ਦੀ ਐਫੀਸ਼ੀਐਂਸੀ ਨੂੰ। ਪਹਿਲਾ ਅਬਿਲਿਟੀ ਟੂ ਡੂ ਵਰਕ। ਅਬਿਲਿਟੀ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਬਿਲਿਟੀ ਦੇ 2 ਕੰਪੋਨੈਂਟ ਹੋਇਆ ਕਰਦੇ ਆ। ਇੱਕ ਫਿਜ਼ੀਕਲ ਕੰਪੋਨੈਂਟ ਹੁੰਦਾ, ਯੂ ਹੈਵ ਸਟਰੈਂਥ, ਯੂ ਹੈਵ એનર્ਜੀ ਟੂ ਵਰਕ। ਜੇ ਮਸਲ ਪਾਵਰ ਚਾਹੀਦੀ ਹੈ ਉਹ ਹੈਗੀ ਹੈ, ਜੇ ਫਿਜ਼ੀਕ ਚਾਹੀਦਾ ਫਿਜ਼ੀਕ ਹੈਗਾ, ਜੇ ਫਲੈਕਸੀਬਿਲਿਟੀ ਚਾਹੀਦੀ ਹੈ ਫਲੈਕਸੀਬਿਲਿਟੀ ਹੈਗੀ ਹੈ। ਇਟ ਡਿਪੈਂਡਸ ਅਪਨ। ਤਾਂ ਇੱਕ ਤਾਂ ਫਿਜ਼ੀਕ ਦਾ ਪਾਰਟ ਹੈ, ਦੂਸਰਾ ਪਾਰਟ ਹੈ ਜਿਸ ਨੂੰ ਅਸੀਂ ਕਹਿੰਦੇ ਆ soft component of ability। soft component of ability is related to skills। ਕਿ ਕੰਮ ਕਰਨ ਦੀਆਂ ਸਕਿੱਲਸ ਹੈਗੀਆਂ ਕਿ ਨਹੀਂ ਹੈਗੀਆਂ। ਜੇ ਕਿਸੇ ਪਰਸਨ ਨੂੰ
ਜਿਹੜਾ ਹੈ annual athletic meet ਕਰਾਉਣੀ ਹੈ, that person is able to perform all the activity, how to they have that awareness how to perform different activity, how to execute that march past and other things, ਤਾਂ ਉਹ ਜਿਹੜੀ skill ਹੈ that is a soft component and one is a hard component that is related to physics। ਤਾਂ ਪਹਿਲਾ physique ਦੇ ਨਾਲ ਜਦੋਂ soft component ਦਾ ability to work ਜਿਹੜਾ ਹੈ ਇਹ ਬਣਦਾ ਹੈ। ਦੂਸਰੇ ਪਾਸੇ ਸਾਡੇ ਕੋਲ ਹੈ ਸਾਈਕੋਲੋਜੀਕਲ ਕੰਪੋਨੈਂਟ। ਸਾਈਕੋਲੋਜੀਕਲ ਕੰਪੋਨੈਂਟ ਦੇ ਵਿੱਚ ਆਉਂਦਾ ਹੈ ਕਿ what is the degree of motivation। degree of motivation ਜਿਹੜੀ ਹੈ ਇਸ ਦੇ ਅਕੋਰਡਿੰਗ ਜਿਹੜੇ EMPLOYEES ਨੇ ਉਹਨਾਂ ਨੂੰ 4 ਕੈਟਾਗਰੀਜ਼ ਡਿਵਾਈਡ ਕੀਤਾ ਜਾਂਦਾ। ਸਤਿੰਦਰ ਸਰਤਾਜ, ਮੈਂ ਵਾਰ-ਵਾਰ ਕਹਿੰਦਾ, ਸਤਿੰਦਰ ਸਰਤਾਜ ਨੇ ਇਸ ਨੂੰ ਬੜਾ ਅੱਛਾ ਡਿਸਕ੍ਰਿਪ ਕੀਤਾ ਹੈ। ਉਹਨੇ ਕਿਹਾ 4 ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ, ਠੀਕ ਹੈ। ਕਿਹੜੇ-ਕਿਹੜੇ 4 ਤਰੀਕੇ ਨੇ ਨਵਜੋਤ, ਸੁਣਿਆ ਗਾਣਾ? ਹਾਂਜੀ ਸਰ। ਕਿਹੜੇ 4 ਤਰੀਕੇ ਦੱਸੇ? ਸ਼ੌਂਕ, ਪਿਆਰ, ਲਾਲਚ ਤੇ ਡੰਡਾ। ਹਾਂ, ਸ਼ੌਂਕ, ਪਿਆਰ, ਲਾਲਚ ਤੇ ਡੰਡਾ। ਤਾਂ ਮੋਟੀਵੇਸ਼ਨ ਦਾ ਫੈਕਟਰ ਹੈ ਕਿ ਸ਼ੌਂਕ, ਜਦੋਂ ਕੋਈ ਪਰਸਨ ਨਿਊ ਐਂਟਰੈਂਟ ਹੁੰਦਾ ਹੈ, ਵੈਸੇ ਤਾਂ ਇਹ ਯੂਨੀਵਰਸਲ ਨਹੀਂ ਹੈ ਕਿ ਨਿਊ ਐਂਟਰੈਂਟ ਹੀ ਹੁੰਦਾ, ਕਿਉਂਕਿ ਉਹਨੂੰ ਸਿੱਖਣ ਦੀ ਚਾਹ ਹੁੰਦੀ ਹੈ, ਇੱਛਾ ਹੁੰਦੀ ਹੈ, ਤਾਂ ਉਹ ਸ਼ੌਂਕ ਨਾਲ ਕੰਮ ਕਰਦਾ ਹੈ। ਕਈ ਵਾਰ ਕੋਈ ਪਰਸਨ ਜਿਹੜਾ ਹੈ ਉਹ ਉਸਦਾ ਪੈਸ਼ਨ ਹੁੰਦਾ ਤਾਂ ਵੀ ਉਹ ਸ਼ੌਂਕ ਨਾਲ ਕੰਮ ਕਰਦਾ। ਕਈ ਲੋਕ ਨੇ ਫੁੱਲ ਲਾਈਫ ਜਿਵੇਂ ਉਹ ਜੁਆਇਨ ਕਰਦੇ ਆ ਉਵੇਂ ਹੀ ਉਹ ਰਿਟਾਇਰ ਹੁੰਦੇ ਆ, ਉਹਨਾਂ ਦੀ એનર્ਜੀ ਘੱਟ ਨਹੀਂ ਹੁੰਦੀ, ਉਹਨਾਂ ਦਾ ਪੈਸ਼ਨ ਘਟਦਾ ਨਹੀਂ ਹੈ, ਬਿਕੋਜ਼ ਦੈਟ ਪ੍ਰੋਫੈਸ਼ਨ ਇਜ਼ देयर ਫਸਟ ਲਵ। ਜੇ ਉਹਨਾਂ ਦਾ ਪਹਿਲਾ ਪਿਆਰ ਹੋਵੇ ਪ੍ਰੋਫੈਸ਼ਨ, ਤਾਂ ਲੋਕ ਉਹ ਪਹਿਲੇ ਪਿਆਰ ਨੂੰ ਜਿਵੇਂ ਪਿਆਰ ਕਰਦੇ ਆ ਉਵੇਂ ਉਹ ਆਪਣੇ ਪ੍ਰੋਫੈਸ਼ਨ ਨੂੰ ਪਿਆਰ ਕਰਦੇ ਆ। ਜਾਂ ਅਸੀਂ ਕਹੀਏ ਕਿ ਅਸੀਂ ਇਸ ਨੂੰ ਹੋਰ ਬੜੇ ਸਿੰਪਲ ਜਿਹੇ ਸ਼ਬਦਾਂ 'ਚ ਕਹਿ ਸਕਦੇ ਹਾਂ, ਵੈਨ ਯੂ ਆਰ ਵਿਦ ਚੁਆਇਸ ਇਨ ਅ ਪ੍ਰੋਫੈਸ਼ਨ। ਜਦੋਂ ਤੁਸੀਂ ਆਪਣੀ ਚੁਆਇਸ ਨਾਲ, ਆਪਣੀ ਪਸੰਦ ਨਾਲ ਕਿਸੇ ਪ੍ਰੋਫੈਸ਼ਨ 'ਚ ਆਉਂਦੇ ਹੋ, ਨਾਟ ਬਾਏ ਕੰਪਲਸ਼ਨ। ਜਦੋਂ ਤੁਸੀਂ ਕੰਪਲਸ਼ਨ ਨਾਲ ਨਹੀਂ ਆਉਂਦੇ ਤਾਂ ਫਿਰ ਅਸੀਂ ਸ਼ੌਂਕ ਨਾਲ ਕੰਮ ਕਰਦੇ ਹਾਂ, ਠੀਕ ਹੈ। ਪਹਿਲਾ ਸ਼ੌਂਕ ਨਾਲ ਹੈ। ਦੂਸਰਾ ਹੈ ਕਿ ਜਦੋਂ ਤੁਸੀਂ ਉਸ ਨੂੰ ਹੰਬਲੀ ਟਰੀਟ ਕਰਦੇ ਹੋ, ਇਹ ਐਡਮਿਨਿਸਟ੍ਰੇਟਰ ਦਾ ਕੰਪੋਨੈਂਟ ਹੈ ਕਿ ਜਦੋਂ ਤੁਸੀਂ ਉਸਦੀ ਡਿਗਨਿਟੀ ਨੂੰ ਵੇਟੇਜ ਦਿੰਦੇ ਹੋ, ਜਦੋਂ ਤੁਸੀਂ ਰਿਗਾਰਡ ਦਿੰਦੇ ਹੋ, ਤਾਂ ਲੋਕ, ਜਦੋਂ ਤੁਸੀਂ ਸਾਰਿਆਂ ਨੂੰ ਇਕੁਅਲੀ ਵੇਟ ਕਰਦੇ ਹੋ, ਜਾਂ ਜਦੋਂ ਤੁਸੀਂ ਇਕੁਅਲ ਰਿਸਪੈਕਟ ਦਿੰਦੇ ਹੋ, ਜਾਂ ਤੁਸੀਂ ਇਕੁਅਲ ਅਪਰਚੁਨਿਟੀਜ਼ ਪ੍ਰੋਵਾਈਡ ਕਰਦੇ ਹੋ, ਤਾਂ ਜਦੋਂ ਅਫੈਕਸ਼ਨ ਹੈ, ਪਿਆਰ ਹੈ, ਜਿਵੇਂ ਕਹਿੰਦੇ ਆ ਕਿ ਜੇ ਜਿਹੜਾ ਤੁਹਾਡਾ ਹੈਡ ਹੈ ਉਹ ਪੇਰੈਂਟਸ ਦੇ ਰੋਲ 'ਚ ਹੋਵੇ ਤਾਂ ਉਹਦੀ ਟੀਮ ਅੱਛਾ ਕੰਮ ਕਰਦੀ ਹੈ। ਉਹ ਪ੍ਰੋਟੈਕਟਿਵ ਵੀ ਹੋਣਾ ਚਾਹੀਦਾ, ਉਹ ਮੋਟੀਵੇਟਰ ਵੀ ਹੋਣਾ ਚਾਹੀਦਾ। ਤਾਂ ਜਦੋਂ ਦੋਨੋਂ ਰੋਲ 'ਚ ਹੁੰਦਾ ਤਾਂ ਉਹ ਟੀਮ ਅੱਛਾ ਕੰਮ ਕਰਦੀ ਹੈ। ਮੈਂ ਕਲਾਮ ਸਾਹਿਬ ਦੀ ਗੱਲ ਜਿਹੜੀ ਤੁਹਾਨੂੰ ਸੁਣਾਉਣਾ ਹੁੰਦਾ ਹਰ ਵਾਰ, ਜਦੋਂ ਪਹਿਲੀ ਵਾਰ ਸਪੇਸ ਜਿਹੜਾ ਹੈ ਲਾਂਚ ਕਰਨਾ ਸੀਗਾ ਸਾਡਾ, ਤਾਂ ਉਸ ਟਾਈਮ ਤੇ ਜਿਹੜੀ ਬਿਗ ਫੇਲਿਅਰ ਹੋਈ, ਤਾਂ ਉਸ ਤੋਂ ਬਾਅਦ ਧਵਨ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਕਿ ਮਤਲਬ ਫੇਲਿਅਰ ਇਜ਼ ਮਾਈਨ ਐਂਡ ਸਕਸੈਸ ਇਜ਼ ਯੂਅਰਸ। ਤਾਂ ਉਹ ਗੱਲ ਹੈ ਕਿ ਜਦੋਂ ਐਡਮਿਨਿਸਟ੍ਰੇਟਰ ਇਸ ਢੰਗ ਨਾਲ ਕੰਮ ਕਰਦਾ ਤਾਂ ਲੋਕ ਜਦੋਂ ਪਿਆਰ ਨਾਲ ਗੱਲ ਕਰਦੇ ਆ। ਤੇ ਫਿਰ ਇੱਕ ਕੈਟਾਗਰੀ ਹੈ ਜਿਹਦੇ 'ਚ ਲੋਕ ਜਿਹੜਾ ਹੈ ਡਰ ਨਾਲ ਕੰਮ ਕਰਦੇ ਆ। ਡਰ ਦਾ ਮਤਲਬ ਹੁੰਦਾ ਕਿ ਜਾਂ ਤਾਂ ਪਰਸਨਲ ਲਾਸ ਲਈ ਡਰ ਹੁੰਦਾ ਕਿ ਜੇ ਮੈਂ ਕੰਮ ਨਾ ਕਰਕੇ ਦਿੱਤਾ ਤਾਂ ਮੇਰੀ ACR 'ਚ ਜਿਹੜਾ ਹੈ ਮੇਰਾ ਹੈਡ ਉਹ ਰੈਟ ਐਂਟਰੀ ਕਰ ਦੇਗਾ, ਜਾਂ ਉਹਨੂੰ ਇਹ ਹੁੰਦਾ ਕਿ ਜੇ ਮੈਂ ਇਹ ਨਾ ਕੀਤਾ ਤਾਂ ਮੇਰੀ ਪ੍ਰਮੋਸ਼ਨ ਰੁਕ ਜਾਏਗੀ, ਜਾਂ ਉਸਨੂੰ ਇਹ ਹੁੰਦਾ ਕਿ ਜੇ ਮੈਂ ਇਹ ਨਾ ਕੀਤਾ ਤਾਂ ਹੋ ਸਕਦਾ ਹੈ ਮੇਰਾ ਇੰਕਰੀਮੈਂਟ ਜਿਹੜਾ ਫਾਈਨੈਂਸ਼ੀਅਲ ਲਾਸ ਹੋ ਜਾਵੇ, ਜਾਂ ਨੰਬਰ ਆਫ ਅਦਰ ਥਿੰਗ ਕਿ ਮੇਰੀ ਸੀਨੀਅਰਿਟੀ ਜਿਹੜੀ ਹੈ ਉਹ ਮਿਸ ਨਾ ਹੋ ਜਾਵੇ, ਵਗੈਰਾ ਵਗੈਰਾ। ਤਾਂ ਇਹ ਇੱਕ ਬੜਾ ਵੱਡਾ ਕਾਰਨ ਹੁੰਦਾ। ਤੁਸੀਂ ਦੇਖੋਗੇ ਕਿ ਜਿਹੜੇ ਲੋਕ ਐਕਚੁਅਲੀ ਡਿਸਿਪਲਿਨਡ ਨਹੀਂ ਹੁੰਦੇ, ਜਿਹੜੇ ਸ਼ੌਂਕ ਨਾਲ ਕੰਮ ਨਹੀਂ ਕਰਦੇ, ਜਿਹੜੇ ਪ੍ਰੋਫੈਸ਼ਨ 'ਚ ਜਸਟ ਡਿਊ ਟੂ ਸਮ ਕੰਪਲਸ਼ਨ ਆ ਜਾਂਦੇ ਆ, ਉਹ ਲੋਕ ਕਈ ਵਾਰ ਸੀਨੀਅਰ ਹੁੰਦਿਆਂ ਵੀ ਸੀਨੀਅਰ ਨਹੀਂ ਬਣ ਪਾਉਂਦੇ। ਬੜੇ ਸਾਰੇ ਲੋਕ ਦੇਖਦਾ ਵਾਂ ਮੈਂ, ਉਹਨਾਂ ਤੋਂ ਜੂਨੀਅਰ ਲੋਕ ਆ ਕੇ ਰਾਈਜ਼ ਕਰ ਜਾਂਦੇ ਆ ਕਿਉਂਕਿ ਉਹ ਸ਼ੌਂਕ ਨਾਲ ਆਉਂਦੇ ਆ। ਦੂਸਰੇ ਲੋਕ ਉੱਥੇ ਹੀ ਸਟਿਲ ਸਟੈਂਡ ਰਹਿੰਦੇ ਆ ਕਿਉਂਕਿ ਉਹ ਸਿਰਫ ਕੰਪਲਸ਼ਨ ਲਈ ਆਏ ਹੁੰਦੇ ਆ, ਬਿਕੋਜ਼ ਆਫ देयर ਲਿਵਲੀਹੁੱਡ, ਨਾਟ ਬਾਏ देयर ਪੈਸ਼ਨ। ਤਾਂ ਮੈਂ ਦੇਖਦਾ ਵਾਂ, ਡਾਕਟਰ ਤੁਸੀਂ ਸੁਨੀਲ ਸਰ ਨੂੰ ਜਾਣਦੇ ਹੋਵੋਗੇ, ਵੈਸੇ ਨਾਮ ਲੈਣਾ ਅੱਛਾ ਨਹੀਂ ਹੁੰਦਾ। ਸੁਨੀਲ ਸਰ ਮੇਰੇ ਟੀਚਰ ਰਹੇ, ਪਰ ਉਹਨਾਂ ਨੇ ਕਦੇ ਸ਼ੌਂਕ ਨਾਲ ਜੌਬ ਨਹੀਂ ਕੀਤੀ ਟੀਚਰ ਦੀ। ਉਹ ਬਾਏ ਕੰਪਲਸ਼ਨ ਸੀਗੇ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਸੀ ਉਹ ਦੋਨੋਂ PCS ਸੀਗੇ, ਪਰ ਉਹ ਕਿਸੇ ਵੀ ਐਗਜ਼ਾਮ 'ਚ ਸਕਸੀਡ ਨਹੀਂ ਕਰ ਪਾਏ। ਉਸ ਤੋਂ ਬਾਅਦ ਉਹਨਾਂ ਕੋਲ ਚੁਆਇਸ ਨਹੀਂ ਸੀਗੀ, ਉਹਨਾਂ ਨੇ ਫਿਰ ਮਤਲਬ ਲੈਕਚਰਰ ਬਣ ਸਕਦੇ ਸੀ, ਉਹ ਟੈਸਟ ਕਲੀਅਰ ਹੋ ਗਿਆ ਤੇ ਆ ਗਏ, ਪਰ ਉਹਨਾਂ ਨੇ ਕਦੇ ਉਸ ਨੂੰ ਬਾਏ ਪੈਸ਼ਨ ਨਹੀਂ ਲਿਆ। ਉਹਨਾਂ ਨੇ ਕਦੇ ਜਿਹੜਾ ਹੈਗਾ PhD ਨਹੀਂ ਕੀਤੀ, ਕਦੇ ਉਹਨਾਂ ਨੇ ਐਂਟਰੈਂਸ ਐਗਜ਼ਾਮ ਜਿਹੜੇ ਬੜੇ ਕੰਪੀਟੀਟਿਵ ਐਗਜ਼ਾਮ ਲਈ ਨਹੀਂ ਗਏ। ਤੇ ਜਦੋਂ ਮੈਂ ਉਹਨਾਂ ਤੋਂ ਪੜ੍ਹਨ ਤੋਂ ਬਾਅਦ, ਉਸ ਤੋਂ ਬਾਅਦ ਮੈਂ M.Ed ਕਰਕੇ, ਫਿਰ PhD ਕਰਕੇ, ਫਿਰ ਨੈਟ ਕੁਆਲੀਫਾਈ ਕਰਕੇ ਅਸੀਂ ਕਾਲਜ 'ਚ ਆ ਗਏ। ਉਸ ਤੋਂ ਬਾਅਦ ਅਸੀਂ ਗਵਰਨਮੈਂਟ ਜੌਬ ਜਿਵੇਂ ਗ੍ਰਾਂਟ ਇਨ ਏਡ ਪੋਸਟਾਂ ਤੇ ਆ ਗਏ। ਤੇ ਫਿਰ ਉਹ ਫਰਸਟ੍ਰੇਸ਼ਨ 'ਚ ਰਹੇ ਕਿ ਇਹ ਮਤਲਬ ਜਦੋਂ ਹਰ ਸਾਲ ਇੰਟਰਵਿਊ ਹੁੰਦੀ ਸੀ, ਐਡਹੌਕ ਦੀ ਇੰਟਰਵਿਊ ਹੋਣੀ, ਤਾਂ ਅਸੀਂ ਉਹਨਾਂ ਦੇ ਸਰਟੀਫਿਕੇਟ ਵੈਰੀਫਾਈ ਕਰਨੇ, ਤਾਂ ਉਹਨਾਂ ਨੂੰ ਐਂ ਲੱਗਣਾ ਵੀ ਮੇਰੇ ਸਟੂਡੈਂਟ ਨੇ ਮੇਰੇ ਸਰਟੀਫਿਕੇਟ ਵੈਰੀਫਾਈ ਕਰਦੇ ਆ। ਤੇ ਜਦੋਂ ਤੁਸੀਂ ਪੈਸ਼ਨ ਨਾਲ ਨਹੀਂ ਹੁੰਦੇ ਨਾ, ਤਾਂ ਇਹ ਲਾਸਸ ਜਿਹੜੇ ਨੇ ਉਹ ਹੋ ਜਾਂਦੇ ਆ। ਤੇ ਉਸ ਤੋਂ ਬਾਅਦ ਅਗਲੀ ਗੱਲ ਹੈ ਕਿ ਡੰਡੇ ਨਾਲ ਦਾ ਮਤਲਬ ਹੈ ਕਿ ਜਦੋਂ ਤੁਹਾਨੂੰ ਜਿਹੜਾ ਹੈ
ਫੋਰਸਲੀ ਕੰਮ ਕਰਵਾਇਆ ਜਾਵੇ। ਤਾਂ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਮੋਟੀਵੇਸ਼ਨ ਦਾ ਫੈਕਟਰ ਨੇ, ਜਿਹੜੀਆਂ ਥੀਰੀਜ਼ ਨੇ ਚਾਰੇ, ਇਹਨਾਂ ਦੀ ਗੱਲ ਕਰਨਗੀਆਂ। ਪਰ ਅਸੀਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਵਰਡ ਆਇਆ ਕਿੱਥੋਂ। ਤੁਹਾਨੂੰ ਸਕਰੀਨ ਵਿਜ਼ੀਬਲ ਹੈ? ਹੈਲੋ, ਹਾਂਜੀ ਸਰ, ਵਿਜ਼ੀਬਲ ਹੈ। ਸਕਰੀਨ ਵਿਜ਼ੀਬਲ ਹੈ, ਕੰਟੈਂਟ ਦਿਖ ਰਿਹਾ। ਐਟਮੋਲੋਜੀਕਲ ਮੀਨਿੰਗ ਦੀ ਗੱਲ ਕਰਦੇ ਹਾਂ। ਇਮੋਵੀਅਰ ਸ਼ਬਦ ਹੈ, ਲੈਟਿਨ ਵਰਡ ਹੈ ਇਮੋਵੀਅਰ, ਜਿਸ ਤੋਂ ਅਸੀਂ ਜਿਹੜਾ ਹੈ ਮੋਟੀਵੇਸ਼ਨ ਲੈ ਕੇ ਵਰਡ ਜਿਹੜਾ ਹੈ ਡਰਾਈਵ ਕੀਤਾ, ਤੇ ਇਸ ਦਾ ਮਤਲਬ ਹੈ ਟੂ ਮੂਵ। ਟੂ ਮੂਵ ਦਾ ਮਤਲਬ ਹੈ ਕਿ ਟੇਕਿੰਗ ਸਮ ਐਕਸ਼ਨ, ਐਕਟ ਆਫ ਸਟਿਮੂਲੇਟਿੰਗ ਸਮਵਨਸ ਡਿਜ਼ਾਇਰ ਟੂ ਡੂ ਸਮ ਐਕਸ਼ਨ। ਇਹ ਜਿਹੜਾ ਐਕਸ਼ਨ ਹੈ, ਇਹ ਇਸ ਨੂੰ ਕਿਵੇਂ ਕਰਵਾਇਆ ਜਾ ਸਕਦਾ ਹੈ? ਇੱਕ ਐਡਮਿਨਿਸਟ੍ਰੇਟਰ ਜਿਹੜਾ ਹੈ ਉਹ ਇਨਸੈਂਟਿਵ ਅਨਾਉਂਸ ਕਰ ਸਕਦਾ ਹੈ, ਉਹ ਪਰਕਸ ਅਨਾਉਂਸ ਕਰ ਸਕਦਾ ਹੈ, ਉਹ ਕੋਈ ਜਿਹੜਾ ਹੈ ਸੀਨੀਅਰਿਟੀ ਬੈਨੀਫਿਟ ਅਨਾਉਂਸ ਕਰ ਸਕਦਾ ਹੈ, ਉਹ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਬੈਨੀਫਿਟ ਅਨਾਉਂਸ ਕਰ ਸਕਦਾ ਹੈ। ਤਾਂ ਕੋਈ ਵੀ ਕਾਰਨ ਹੋ ਸਕਦਾ। ਜਦੋਂ ਅਸੀਂ ਕਿਸੇ ਕਾਰਨ ਨਾਲ ਲੋਕਾਂ ਦੇ ਅੰਦਰ ਇਹ ਭਾਵਨਾ ਪੈਦਾ ਕਰਦੀ ਹੈ ਕਿ ਸਾਨੂੰ ਇਹ ਕੰਮ ਕਰਨਾ ਹੈ, ਜਿਵੇਂ ਤੁਸੀਂ ਆਰਮੀ ਟਰੂਪਸ ਦੇਖਦੇ ਹੋ, ਜਦੋਂ ਵਾਰ ਲੜਨੀ ਹੁੰਦੀ ਹੈ, ਜਦੋਂ ਦੇ ਆਰ ਇਨ ਦ ਫੀਲਡ ਆਫ ਵਾਰ, ਤਾਂ ਉੱਥੇ ਪਤਾ ਹੁੰਦਾ ਕਿ ਸਾਹਮਣੇ ਤੋਂ ਮਰ ਜਾਣਾ ਹੈ। ਠੀਕ ਹੈ, ਗੋਲੀ ਲੱਗੇਗੀ ਤਾਂ ਮਤਲਬ ਡੈਥ ਇਜ਼ ਸਰਟਨ। ਪਰ ਹਾਊ ਦੇ ਗੈਟ them ਟੂ ਟੇਕ ਐਕਸ਼ਨ, ਉਹਨਾਂ ਦੇ ਜਿਹੜੇ ਕਮਾਂਡਰਸ ਨੇ ਉਹ ਕਿਵੇਂ ਉਹਨਾਂ ਨੂੰ ਮੋਟੀਵੇਟ ਕਰ ਲੈਂਦੇ ਆ। ਉੱਥੇ ਇੱਕ ਚੀਜ਼ ਜਿਹੜੀ ਹੈ ਜਿਸ ਨੂੰ ਅਸੀਂ ਨੈਸ਼ਨਲਿਜ਼ਮ ਕਹਿੰਦੇ ਆ, ਜਿਸ ਨੂੰ ਪੈਟਰੀਓਟਿਜ਼ਮ ਆਖਦੇ ਆ, ਜਿਸ ਨੂੰ ਸਪਿਰਿਟ ਆਫ ਨੈਸ਼ਨਲਿਜ਼ਮ ਆਖਦੇ ਆ, ਉਹ ਦੇਸ਼ ਭਗਤੀ ਦੀ ਭਾਵਨਾ ਹੀ ਉਹਨਾਂ ਨੂੰ ਐਕਸ਼ਨ ਲੈਣ ਲਈ ਮੋਟੀਵੇਟ ਕਰ ਦਿੰਦੀ ਹੈ। ਦੈਟ ਡਰਾਈਵ, ਦੈਟ ਇੰਪਲਸ, ਦੈਟ ਇਨਸਟਿੰਕਟਸ, ਦੈਟ ਵਾਂਟ। ਤਾਂ ਇੱਥੇ ਉਹ ਜਿਹੜੇ ਚਾਰ ਤਰੀਕਿਆਂ ਦੀ ਗੱਲ ਕਰਦੇ ਆ ਕਿ ਨੀਡ, ਵਾਂਟ, ਡਰਾਈਵ ਐਂਡ ਇੰਪਲਸ, ਉਹੀ ਚਾਰ ਚੀਜ਼ਾਂ ਨੇ ਜਿਨ੍ਹਾਂ ਦੀ ਗੱਲ ਸੁੰਦਰ ਸਰਤਾਜ ਕਹਿੰਦਾ। ਤਾਂ ਕੋਈ ਐਕਸ਼ਨ ਕਦੋਂ ਲੈਂਦਾ, ਇਹ ਉਹਨਾਂ ਚਾਰ ਚੀਜ਼ਾਂ ਤੇ ਹੀ ਡਿਪੈਂਡ ਕਰਦਾ ਹੈ। ਜਦੋਂ ਉਸ ਦੀ ਆਪਣੀ ਇੱਛਾ ਹੋਵੇ, ਤੇ ਇੱਛਾ ਜਦੋਂ ਕਦੋਂ ਪੈਦਾ ਹੁੰਦੀ ਹੈ? ਜਦੋਂ ਦਿਲੋਂ ਭਾਵਨਾਵਾਂ ਹੋਣ ਕਿ ਹਾਂ ਜੀ ਮੈਂ ਦੇਸ਼ ਬਚਾਉਣਾ ਹੈ। ਤੇ ਖਾਸ ਤੌਰ ਤੇ ਪੰਜਾਬੀਆਂ ਨੇ ਜਿੰਨੀਆਂ ਜੰਗਾਂ 'ਚ ਜਿਹੜਾ ਹੈ ਆਪਣੇ ਡਿਫੈਂਸ ਕੀਤੀ ਹੈ, ਭਾਵੇਂ ਉਹ ਬਾਰਡਰ ਦੀ ਮੂਵੀ ਦੇਖਦੇ ਹੋ, ਤਾਂ ਉਹ ਇਹ ਸੀਗਾ ਕਿ ਅਸੀਂ ਆਪਣੀ ਮਿੱਟੀ ਨੂੰ ਬਚਾਉਣਾ, ਅਸੀਂ ਹਰਿਮੰਦਰ ਸਾਹਿਬ ਪਾਕਿਸਤਾਨ ਨਹੀਂ ਜਾਣ ਦੇਣਾ। ਤਾਂ ਅਸੀਂ ਜਿੰਨੀਆਂ ਜੰਗਾਂ ਲੜ ਲਈਆਂ, ਜਾਂ ਸਿੱਖਾਂ ਨੂੰ ਇਸੇ ਕਰਕੇ ਬਾਰਡਰ ਤੇ ਲਗਾ ਦਿੱਤਾ ਜਾਂਦਾ ਕਿ ਉਹਨਾਂ ਨੂੰ ਪਤਾ ਹੈ, ਸੈਂਟਰ ਗਵਰਨਮੈਂਟ ਨੂੰ ਪਤਾ ਹੈ ਕਿ ਸਿੱਖ ਆਪਣਾ ਜਿਹੜਾ ਹੈ ਹਰਿਮੰਦਰ ਕਿਸੇ ਹੋਰ ਦੇਸ਼ ਨੂੰ ਨਹੀਂ ਦੇਣ ਵਾਲੇ, ਤੇ ਉਹ ਮਰ ਮਿਟਣਗੇ। ਤਾਂ ਇਹ ਇੱਕ ਡਰਾਈਵ ਹੈ ਟੂ ਟੇਕ ਦਾ ਐਕਸ਼ਨ। ਸਿਮਿਲਰ ਅਸੀਂ ਇੰਪਲਾਈਜ਼ ਤੋਂ ਲੈ ਸਕਦੇ ਹਾਂ ਕਿ ਉਹ ਡਰਾਈਵ ਕਿਵੇਂ ਕੰਮ ਕਰਦੀ ਹੈ, ਉਹ ਕਿਵੇਂ ਮੋਟੀਵੇਟ ਕਰਦੀ ਹੈ ਟੂ ਟੇਕ ਐਕਸ਼ਨ। ਤਾਂ ਇਹ ਵਰਡ ਦਾ ਮਤਲਬ ਸੀਗਾ ਟੂ ਸਟਿਮੂਲੇਟ ਦਾ ਇਨਸਟਿੰਕਟਸ, ਟੂ ਸਟਿਮੂਲੇਟ ਦਾ ਡਿਜ਼ਾਇਰ, ਟੂ ਸਟਿਮੂਲੇਟ ਦਾ ਇੰਪਲਸ, ਟੂ ਸਟਿਮੂਲੇਟ ਦਾ ਵਾਂਟ ਟੂ ਟੇਕ ਐਕਸ਼ਨ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਦੈਟਸ ਅ ਨੀਡ ਬੇਸਡ। ਤਾਂ ਇਹ ਇੱਕ ਜਿਹੜਾ ਹੈ ਡੈਰੀਵੇਟਿਵ ਮੀਨਿੰਗ ਇਸ ਦਾ ਬਣ ਕੇ ਆਉਂਦਾ। ਉਸ ਤੋਂ ਬਾਅਦ ਜਨਰਲ ਮੀਨਿੰਗ ਦੀ ਅਸੀਂ ਗੱਲ ਜਦੋਂ ਕਰਦੇ ਹਾਂ ਤਾਂ ਅਸੀਂ ਸਾਈਕੋਲੋਜੀਕਲੀ ਅਸੀਂ ਦੇਖਦੇ ਹਾਂ ਇਨਕਲਕੇਸ਼ਨ ਐਂਡ ਸਟਿਮੂਲੇਸ਼ਨ। ਇਨਕਲਕੇਸ਼ਨ ਦਾ ਐਟੀਟਿਊਡ, ਤੁਹਾਡੇ ਅੰਦਰ ਇੱਕ ਇਸ ਤਰ੍ਹਾਂ ਦੀ ਭਾਵਨਾ ਪੈਦਾ ਕਰ ਦੇਣੀ ਕਿ ਮੈਂ ਇਹ ਕਰਾਂਗਾ, ਤੇ ਦੂਸਰਾ ਹੈ ਸਟਿਮੂਲੇਟ ਕਰ ਦੇਣਾ ਕਿ ਉਹ ਇੰਪਲਸ ਪੈਦਾ ਹੈ ਤੁਹਾਡੇ ਅੰਦਰ, ਉਹਨੂੰ ਇਗਨਾਈਟ ਕਰਨਾ ਹੈ। ਜਦੋਂ ਤੁਸੀਂ ਉਹਨੂੰ ਚੰਗਿਆੜੀ ਦੇ ਦਿੰਦੇ ਹੋ ਤਾਂ ਲੋਕ ਆਪਣੀਆਂ ਜ਼ਿੰਦਗੀਆਂ ਵਾਰ ਕੇ ਦੇਸ਼ ਬਚਾ ਲੈਂਦੇ ਆ। ਔਰ ਇਸੇ ਤਰ੍ਹਾਂ ਮੈਂ ਇੱਕ ਜਿਹੜਾ ਹੈ, ਮੈਂ ਕਿਤੇ ਕੋਈ ਬੁੱਕ ਪੜ੍ਹ ਰਿਹਾ ਸੀ, +1 ਦੀ ਗੱਲ ਹੈ, ਉਹਨਾਂ ਦਿਨਾਂ 'ਚ ਮੈਂ ਕੋਈ ਬੁੱਕ ਪੜ੍ਹ ਰਿਹਾ ਸੀ, ਹਾਊ ਟੂ ਵਿਨ ਦ ਵਰਲਡ। ਤਾਂ ਉਹ ਪਰਸਨ ਜਿਹੜਾ ਹੈ ਉਸਨੇ ਉਹ ਸਾਰੇ ਇੰਡਸਟਰੀਅਲਿਸਟ ਜਿਹੜੇ ਸੀਈਓਜ਼ ਸੀਗੇ, ਜਿਹੜੇ ਸਕਸੈਸਫੁਲ ਸੀਈਓਜ਼ ਸੀਗੇ, ਉਹ 100 ਸੀਈਓਜ਼ ਦੀਆਂ ਸਕਸੈਸ ਸਟੋਰੀ ਦੇ ਵਿੱਚੋਂ ਉਹਨਾਂ ਨੇ ਉਹਦੇ ਬੈਸਟ ਜਿਹੜੇ ਹੈ ਉਹ ਕੋਟ ਕੀਤੇ ਆ ਕਿ ਕਿਵੇਂ ਅਚੀਵ ਕੀਤਾ ਜਾ ਸਕਦਾ। ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸ਼ੇਅਰ ਕਰ ਦਿੰਦਾ ਕਿ ਕਹਿੰਦੇ ਕੋਈ ਟੈਕਸਟਾਈਲ ਯੂਨਿਟ ਹੈ, ਟੈਕਸਟਾਈਲ ਯੂਨਿਟ ਜਿਹੜਾ ਵਰਸਟ ਪਰਫਾਰਮ ਕਰ ਰਿਹਾ ਤੇ 3 ਸ਼ਿਫਟ 'ਚ ਚੱਲ ਰਿਹਾ ਔਰ ਲਾਸਿਸ ਬਹੁਤ ਜ਼ਿਆਦਾ ਨੇ। ਮੈਨੇਜਮੈਂਟ ਕੀ ਕਰਦੀ ਹੈ? ਮੈਨੇਜਮੈਂਟ ਸੀਓ ਬਦਲ ਦਿੰਦੀ ਹੈ, ਤੇ ਜਿਹੜਾ ਸੀਓ ਨਵਾਂ ਲੈ ਕੇ ਆਉਂਦਾ ਜਾਂਦਾ ਉਹਦੀ ਰੈਪੋ ਹੈ ਕਿ ਉਹ ਮੁਰਦਿਆਂ ਤੋਂ ਵੀ ਕੰਮ ਕਰਵਾ ਲੈਂਦਾ, ਤੇ ਉਹਨੂੰ ਨਾਲ ਦੀ ਨਾਲ ਜਦੋਂ ਜੁਆਇਨ ਕਰਦਾ ਉਹਨੂੰ ਫੀਡਬੈਕ ਮਿਲਦੀ ਹੈ ਕਿ ਇਹ ਇਸ ਤਰ੍ਹਾਂ ਦੇ ਸ਼ੈਤਾਨ ਲੋਕ ਨੇ, ਇਹ ਡੱਕਾ ਤੋੜ ਕੇ ਨਹੀਂ ਦੇਣ ਵਾਲੇ, ਇੱਥੇ ਤੇਰੀ ਸਕਸੈਸ ਪੋਸੀਬਲ ਨਹੀਂ। ਉਹ ਪਰਸਨ ਕੁਝ ਨਹੀਂ ਕਰਦਾ, ਜਿਸ ਦਿਨ ਜੁਆਇਨ ਕਰਦਾ ਪਹਿਲੀ ਸ਼ਿਫਟ ਦੇ ਟਾਈਮ ਤੇ ਉਹ ਆਉਂਦਾ ਤੇ ਆਪਣੀ ਇੰਡਸਟਰੀ ਦੇ ਮੇਨ ਗੇਟ ਦੇ ਬਾਹਰ ਇੱਕ ਬਲੈਕ ਬੋਰਡ ਲਗਵਾ ਕੇ ਉਹਦੇ ਤੇ ਲਿਖ ਦਿੰਦਾ ਕਿ ਯੂਨਿਟ ਨੰਬਰ 1 ਵਰਕਿੰਗ ਫਰਮ ਦਿਸ ਟੂ ਦਿਸ ਆਰ ਹੈ, ਔਰ ਉੱਥੇ ਪਿੱਛੇ ਲਿਖ ਦਿੰਦਾ ਇੰਨੇ ਉਹਨਾਂ ਨੇ ਜਿਹੜੇ ਹੈ ਬਾਇਲਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਗੱਠਾਂ ਜਿਹੜੀਆਂ ਹੁੰਦੀਆਂ ਪੰਨਾ ਜਿਹੜੇ ਧਾਗੇ ਦੀਆਂ, ਉਹ ਉਸਨੇ ਪ੍ਰੋਡਿਊਸ ਕੀਤੀਆਂ। ਠੀਕ ਹੈ, ਉਹ ਲਿਖ ਦਿੰਦਾ ਕਿ 80 ਯੂਨਿਟ ਪ੍ਰੋਡਿਊਸ ਕੀਤੇ। ਜਦੋਂ ਦੂਸਰੀ ਯੂਨਿਟ ਆਉਂਦੀ ਹੈ ਕੰਮ ਤੇ ਸ਼ਿਫਟ, ਤਾਂ ਉਹ ਸਾਰੇ ਜਣੇ ਉਹਨਾਂ ਦਾ ਜਿਹੜਾ ਹੈਡ ਯੂਨੀਅਨ ਦਾ ਲੀਡਰ ਹੁੰਦਾ ਉਹ ਦੇਖਦਾ ਕਿ ਇਹ ਕੀ ਬੋਰਡ ਕਿਉਂ ਲੱਗਿਆ। ਉਹ ਕਹਿੰਦੇ ਜੀ ਇਹ ਬੋਰਡ ਲੱਗਿਆ ਵੀ ਇਹਨਾਂ ਨੇ 80 ਯੂਨਿਟ ਪ੍ਰੋਡਿਊਸ ਕੀਤੇ। ਤਾਂ ਉਸ ਨੂੰ ਲੱਗਦਾ ਕਿ ਸਾਡੇ ਲਈ ਚੈਲੰਜ ਆਇਆ, ਤੇ ਉਹ ਕਹਿੰਦਾ ਕਿ ਆਪਾਂ ਇਸ ਤੋਂ ਜ਼ਿਆਦਾ ਪ੍ਰੋਡਿਊਸ ਕਰਨੇ ਆ,
ਆਪਣੀ ਟੀਮ ਨੂੰ ਕਹਿ ਦਿੰਦਾ। ਤਾਂ ਸੈਕੰਡ ਜਿਹੜੀ ਸ਼ਿਫਟ ਆਉਂਦੀ ਹੈ ਉਹ ਉਸ ਨੂੰ 90 ਕਰਦੀ ਹੈ। ਜਿਹੜੀ ਥਰਡ ਆਉਂਦੀ ਹੈ ਉਹ ਪੁੱਛਦੀ ਹੈ ਕਿ ਇਹ ਕੀ ਹੈ। ਉਹ ਕਹਿੰਦੇ ਜੀ ਪਹਿਲੇ ਨੇ 80 ਕੀਤੇ ਸੀ, ਦੂਸਰੇ ਨੇ 90 ਕੀਤੇ, ਤਾਂ ਉਹ ਕਹਿੰਦੇ ਅਸੀਂ 100 ਕਰਨੇ ਆ। ਇੱਕ ਵੀਕ ਦੇ ਵਿੱਚ ਉਹ ਆਪਣੀ ਪ੍ਰੋਡਕਸ਼ਨ ਨੂੰ 3 ਟਾਈਮ ਮਲਟੀਪਲਾਈ ਕਰ ਦਿੰਦਾ। ਦੈਟ ਇਜ਼ ਟੂ ਸਟਿਮੂਲੇਟ, ਦੈਟ ਇਜ਼ ਟੂ ਇਗਨਾਈਟ। ਉਹ ਕੰਮ ਹੈ ਜਿਹੜਾ ਇੱਕ ਲੀਡਰ ਕਰ ਸਕਦਾ ਹੈ ਬਿਨਾਂ ਇੱਕ ਸ਼ਬਦ ਕਹੇ ਤੋਂ। ਉਹ ਆਪਣੇ ਆਪ ਹੀ ਆਪਣੀ ਪਰਫਾਰਮੈਂਸ ਵਧਾਉਣ ਲਈ ਪਹਿਲੇ ਵਾਲੇ ਦਾ ਟਾਰਗੇਟ ਜਿਹੜਾ ਹੈ ਉਸ ਨੂੰ ਬੀਟ ਕਰਦੇ ਜਾਂਦੇ ਆ ਔਰ ਇੱਕ ਦਿਨ ਉਹ ਅਚੀਵ ਕਰ ਦਿੰਦੇ ਆ। ਤਾਂ ਦੈਟ ਇਜ਼ ਰਿਲੇਟਡ ਟੂ। ਤਾਂ ਅਸੀਂ ਜਦੋਂ ਮੋਟੀਵੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਦੋ ਤਰ੍ਹਾਂ ਦੀਆਂ ਨੀਡਸ ਜਿਹੜੀਆਂ ਨੇ ਉਹ ਸਾਨੂੰ ਇਗਨਾਈਟ ਕਰਦੀਆਂ ਨੇ। ਪਹਿਲੀ ਹੈ ਪ੍ਰਾਇਮਰੀ ਨੀਡ। ਪ੍ਰਾਇਮਰੀ ਨੀਡ ਜਿਸ ਨੂੰ ਅਸੀਂ ਕਹਿੰਦੇ ਆ ਨੀਡ ਆਫ ਸਰਵਾਈਵਲ। ਨੀਡ ਆਫ ਸਰਵਾਈਵਲ। ਮੰਨ ਲਓ ਮਤਲਬ ਤੁਸੀਂ ਕਿਤੇ ਇਹੋ ਜਿਹੀ ਜਗ੍ਹਾ ਤੇ ਹੋ, ਕਿਸੇ ਜਗ੍ਹਾ ਤੇ ਖੱਡੇ ਤੇ ਡਿੱਗ ਪਏ ਹੋ ਔਰ ਨਾਲ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਜਿਸ ਖੱਡੇ 'ਚ ਤੁਸੀਂ ਹੋ ਉੱਥੇ ਸਨੇਕ ਵੀ ਹੈ, ਠੀਕ ਹੈ, ਔਰ ਸਨੇਕ ਤੁਹਾਨੂੰ ਜਿਹੜਾ ਹੈ ਬਾਈਟ ਕਰ ਸਕਦਾ ਔਰ ਪੋਇਜ਼ਨਸ ਹੈ ਔਰ ਤੁਹਾਡੀ ਡੈਥ ਜਿਹੜੀ ਹੈ ਸਰਟਨ ਹੈ। ਤਾਂ ਉੱਥੇ ਤੁਸੀਂ ਕਿਸੇ ਦੀ ਵੇਟ ਕਰਨ ਵਾਲੇ ਨਹੀਂ ਹੋ ਕਿ ਮੈਂ ਕੰਮ ਕਦੋਂ ਸ਼ੁਰੂ ਕਰਾਂ, ਮੈਂ ਇਸ ਖੱਡੇ ਤੋਂ ਨਿਕਲਣ ਲਈ ਕੀ ਕਰਾਂ। ਉਸ ਟਾਈਮ ਤੇ ਤੁਸੀਂ ਆਪਣੀ ਦੁਨੀਆ ਜਹਾਨ ਦੀ ਜਿਹੜੀ ਹੈ ਐਫਰਟਸ ਜਿਹੜੇ ਨੇ ਉਹ ਲਗਾ ਦਿੰਦੇ ਹੋ, ਸਾਰੀਆਂ ਸਕਿੱਲਸ ਇਕੱਠੀਆਂ ਕਰ ਲੈਂਦੇ ਹੋ, ਸਾਰੀ એનર્ਜੀ ਇਕੱਠੀ ਕਰ ਲੈਂਦੇ ਹੋ, ਇੱਕ ਡਾਇਰੈਕਸ਼ਨ ਚੈਨਲਾਈਜ਼ ਕਰਦੇ ਹੋ ਤੇ ਤੁਸੀਂ ਉਹਦੇ ਚੋਂ ਬਾਹਰ ਨਿਕਲ ਸਕਸੈਸਫੁਲ ਹੋ ਜਾਂਦੇ। ਇਹ ਯੂਨੀਵਰਸਲ ਡਿਜ਼ਾਇਰ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਜਾਂ ਮਰੋ ਜਾਂ ਕਰੋ ਵਾਲੀ ਨੀਤੀ ਤੇ ਆ ਜਾਂਦੇ ਆ ਤਾਂ ਇਹ ਬੋਰਨ ਹੁੰਦੇ ਆ ਤੁਹਾਡੇ ਅੰਦਰ ਜਿਹੜੀਆਂ ਸਕਿੱਲਸ ਨੇ ਉਹਨਾਂ ਤੋਂ ਕੰਮ ਲੈਣ ਵਾਸਤੇ ਜਦੋਂ ਅਸੀਂ ਕਹਿੰਦੇ ਆ। ਔਰ ਇਹਦੇ ਵਿੱਚ ਕੁਝ ਉਹ ਕਹਿੰਦੇ ਆ ਕਿ ਸਾਈਕੋਲੋਜੀਕਲ ਨੇ, ਬਾਇਓਲੋਜੀਕਲ ਨੀਡਸ ਨੇ ਜਿਨ੍ਹਾਂ 'ਚ ਭੁੱਖ ਪਿਆਸ ਜਿਉਣਾ, ਠੀਕ ਹੈ। ਕੁਝ ਫਿਜ਼ੀਓਲੋਜੀਕਲ ਨੀਡਸ ਨੇ ਜਿਹਦੇ ਵਿੱਚ ਹਿਊਮਨ ਬੀਇੰਗ ਦੀ ਗੱਲ ਕਰਦੇ ਆ ਤਾਂ ਅਸੀਂ ਕਹਿੰਦੇ ਆ ਕਿ ਸਾਡੀ ਮੈਰਿਜ ਦਾ ਯੂਨਿਟ ਇਸ ਕਰਕੇ ਬਣਾਇਆ ਗਿਆ ਕਿ ਸਾਡੀ ਇੱਕ ਬਾਇਓਲੋਜੀਕਲ ਨੀਡ ਹੈ ਜਿਹਨੂੰ ਅਸੀਂ ਮੇਟਿੰਗ ਕਹਿੰਦੇ ਆ। ਤਾਂ ਮਤਲਬ ਵੀ ਵਾਂਟ ਟੂ ਇੰਜੋਏ ਦੈਟ ਕਾਊਂਟਰ ਪਾਰਟ। ਤਾਂ ਉਹ ਇੱਕ ਜਿਹੜੀ ਜ਼ਰੂਰਤ ਹੈ ਉਹ ਵੀ ਇੱਕ ਸਾਡੀ ਜ਼ਰੂਰਤ ਹੈ। ਤਾਂ ਅਸੀਂ ਇਸਨੂੰ ਇਗਨੋਰ ਨਹੀਂ ਕਰ ਸਕਦੇ। ਸਮਾਜ ਜਿਹੜੇ ਮੈਰਿਜ ਹੈ ਜਾਂ ਇਹ ਯੂਨਿਟ ਜਾਂ ਫੈਮਿਲੀ ਦਾ ਯੂਨਿਟ ਇਸ ਕਰਕੇ ਐਸਟੈਬਲਿਸ਼ ਕੀਤਾ ਗਿਆ ਕਿ ਵੀ ਵਾਂਟ ਟੂ ਰੈਕਗਨਾਈਜ਼ ਆਵਰ ਬਾਇਓਲੋਜੀਕਲ ਨੀਡ। ਅਸੀਂ ਫਿਜ਼ੀਓਲੋਜੀਕਲ ਤੇ ਬਾਇਓਲੋਜੀਕਲ ਦੋਨੋਂ ਨੀਡਸ ਦੇ ਕਾਰਨ ਹੀ ਕੰਮ ਕਰਦੇ ਹਾਂ। ਤੇ ਕਈ ਵਾਰ ਅਸੀਂ ਮਤਲਬ ਸਾਡੀਆਂ ਜਿਹੜੀਆਂ ਫਿਜ਼ੀਕਲ ਨੀਡਸ ਨੇ ਉਹ ਡਿਜ਼ਾਇਰ ਬਹੁਤ ਜ਼ਿਆਦਾ ਸਾਨੂੰ ਇੰਸਟਿੰਕਟਸ ਕਰਦੀ ਹੈ ਔਰ ਲੋਕ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਆ ਕਿ ਤੁਸੀਂ ਦੇਖੋ ਕਿ ਅੱਜ ਕੱਲ੍ਹ ਜਿਹੜੇ ਐਸਿਡ ਅਟੈਕਸ ਹੋ ਰਹੇ ਆ ਉਹ ਇਸ ਕਾਰਨ ਨੇ ਕਿ ਕੋਈ ਪਰਸਨ ਕਿਸੇ ਨੂੰ ਜਿਹੜਾ ਹੈ ਅਪਰੋਚ ਕਰਦਾ, ਉਹ ਪਰਸਨ ਉਸ ਨੂੰ ਰਿਫਿਊਜ਼ਲ ਦੇ ਦਿੰਦਾ ਤੇ ਉਹ ਨੀਡ ਜਿਹੜੀ ਹੈ ਉਸ ਨੂੰ ਇੰਨਾ ਇੰਸਟਿੰਕਟ ਕਰਦੀ ਹੈ ਕਿ ਉਹ ਪਰਸਨ ਉਸ ਤੇ ਵਾਇਲੈਂਟ ਹੋ ਜਾਂਦਾ। ਤੇ ਇਹ ਜ਼ਰੂਰਤਾਂ ਜਿਹੜੀਆਂ ਨੇ ਇਹ ਦੋ ਤਰ੍ਹਾਂ ਦੀਆਂ ਨੇ ਔਰ ਇਹ ਸਾਡੀਆਂ ਪ੍ਰਾਇਮਰੀ ਨੀਡਸ ਨੇ। ਔਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਤਿੰਨ ਹੀ ਜ਼ਰੂਰਤਾਂ ਨੇ ਬੇਸਿਕ, ਚੌਥੀ ਜ਼ਰੂਰਤ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਜਿੰਨੇ ਕ੍ਰਾਈਮ ਹੋ ਰਹੇ ਆ ਵਰਲਡ ਦੇ ਵਿੱਚ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਫੋਰਥ ਨੀਡ ਨਾਲ ਜੁੜੇ ਹੋਏ। ਅਗਲੀ ਗੱਲ ਜਿਹੜੀ ਅਸੀਂ ਇਹਦੇ ਵਿੱਚ ਕਰਦੇ ਹਾਂ ਉਸ ਨੂੰ ਅਸੀਂ ਕਹਿੰਦੇ ਹਾਂ ਸੈਕੰਡਰੀ ਨੀਡਸ। ਸੈਕੰਡਰੀ ਨੀਡਸ ਜਿਹੜੀਆਂ ਨੇ ਜਦੋਂ ਤੁਹਾਡੀਆਂ ਪ੍ਰਾਇਮਰੀ ਨੀਡਸ ਪੂਰੀਆਂ ਹੋ ਜਾਂਦੀਆਂ ਨੇ ਫਿਰ ਸਾਡੀਆਂ ਸੈਕੰਡਰੀ ਨੀਡਸ ਸ਼ੁਰੂ ਹੁੰਦੀਆਂ ਨੇ, ਠੀਕ ਹੈ। ਇਸੇ ਕਾਰਨ ਕਹਿੰਦੇ ਆ ਕਿ ਇਨਸਾਨ ਦੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਉਹ ਦੋ ਕੈਟਾਗਰੀ 'ਚ ਹੁੰਦੀਆਂ ਨੇ। ਸਾਨੂੰ ਐਂ ਲੱਗਦਾ ਜਦੋਂ ਅਸੀਂ ਬਹੁਤ ਗਰੀਬ ਹੁੰਦੇ ਹਾਂ, ਜਦੋਂ ਅਸੀਂ ਮਤਲਬ ਸਰਵਾਈਵਲ ਦੇ ਬਾਰਡਰ ਤੇ ਹੁੰਦੇ ਹਾਂ, ਉਸ ਟਾਈਮ ਤੇ ਸਾਨੂੰ ਲੱਗਦਾ ਕਿ ਅਸੀਂ ਘਰ ਬਣਾ ਲਈਏ, ਇੱਕ ਅੱਛੀ ਕਾਰ ਹੋ ਜਾਵੇ ਜਾਂ ਥੋੜਾ ਜਿਹਾ ਸਟੇਟਸ ਦਾ ਬ੍ਰਾਂਡ ਦੇ ਕੱਪੜੇ ਪਾਉਣ ਲੱਗ ਜਾਈਏ ਤੇ ਮੈਨੂੰ ਲੱਗਦਾ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ। ਪਰ ਜਦੋਂ ਹੀ ਤੁਸੀਂ ਇੰਨਾ ਅਚੀਵ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਅੰਦਰ ਇੱਕ ਹੋਰ ਡਿਜ਼ਾਇਰ ਪੈਦਾ ਹੁੰਦੀ ਹੈ। ਉਹ ਡਿਜ਼ਾਇਰ ਹੁੰਦੀ ਹੈ ਰੈਕੋਗਨੀਸ਼ਨ ਦੀ, ਉਹ ਹੁੰਦੀ ਹੈ ਪਾਵਰ ਦੀ, ਉਹ ਹੁੰਦੀ ਹੈ ਸੋਸ਼ਲ ਸਟੇਟਸ ਦੀ। ਤਾਂ ਫਿਰ ਲੋਕ ਪੋਲੀਟੀਕਲੀ ਇਨਵੋਲਵ ਹੋਣਾ ਸ਼ੁਰੂ ਹੁੰਦੇ ਆ। ਫਿਰ ਉਹ ਚਾਹੁੰਦੇ ਆ ਕਿ ਮੈਂ ਲੀਡਰ ਬਣ ਜਾਵਾਂ, ਕੋਈ ਇਲੈਕਸ਼ਨ ਫਾਈਟ ਕਰਾਂ, ਕਿਸੇ ਕਮਿਊਨਿਟੀ ਕਲੱਬ ਦਾ ਪ੍ਰੈਜ਼ੀਡੈਂਟ ਬਣ ਜਾਵਾਂ ਤਾਂ ਕਿ ਲੋਕ ਮੈਨੂੰ ਜਾਣਨ। ਤਾਂ ਇਹ ਜ਼ਰੂਰਤਾਂ ਜਿਹੜੀਆਂ ਨੇ ਜਿਹੜੀਆਂ ਸਾਈਕੋਲੋਜੀਕਲ ਨੇ ਇਹ ਟੋਟਲੀ ਡਿਫਰ ਕਰਦੀਆਂ ਨੇ। ਬਾਇਓਲੋਜੀਕਲ ਨੀਡ ਸਰਵਾਈਵਲ ਦਿੰਦੀਆਂ ਨੇ। ਇਹ ਸਾਡੀ ਈਗੋ, ਸਾਡੇ ਅੰਦਰ ਦੋ ਤਰ੍ਹਾਂ ਦੀ ਭੁੱਖ ਰਹਿੰਦੀ ਹੈ। ਇੱਕ ਹੈ ਸਾਡੀ ਜ਼ਰੂਰਤਾਂ ਦੀ, ਦੂਸਰੀ ਹੈ ਸਾਡੀ ਈਗੋ ਦੀ। ਈਗੋ ਹੀ ਇਨਸਾਨ ਨੂੰ ਬਹੁਤ ਕੁਝ ਕਰਾਉਂਦੀ ਹੈ ਤੇ ਬਹੁਤ ਕੁਝ ਕਰਾਉਂਦੀ ਹੈ। ਤਾਂ ਈਗੋ ਨੂੰ ਸ਼ਾਂਤ ਕਰਨ ਲਈ ਫਿਰ ਅਸੀਂ ਦੂਸਰਾ ਕੰਮ ਜਿਹੜੇ ਹੈ ਦੂਸਰੇ ਫੇਜ਼ 'ਚ ਐਂਟਰ ਕਰਦੇ ਹਾਂ। ਤਾਂ ਉਸ ਲਈ ਭਾਵੇਂ ਸਟੂਡੈਂਟ ਲਾਈਫ ਹੁੰਦੇ ਆ, ਤੁਸੀਂ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ, ਟ੍ਰੈਜ਼ਰਰ, ਸੈਕਟਰੀ ਬਣਨਾ ਚਾਹੁੰਦੇ ਹੋ, ਜਾਂ ਤੁਸੀਂ ਕਲਾਸ 'ਚ ਹੁੰਦੇ ਆ ਕਲਾਸ ਦਾ ਸੀਆਰ ਬਣਨਾ ਚਾਹੁੰਦੇ ਹੋ, ਜਾਂ ਤੁਸੀਂ ਹੈੱਡ ਗਰਲ ਕਾਲਜ ਦੀ ਬਣਨਾ ਚਾਹੁੰਦੇ ਹੋ। ਦੈਟ ਇਜ਼ ਰਿਲੇਟਡ ਟੂ ਸਾਈਕੋਲੋਜੀਕਲ ਐਂਡ ਸੋਸ਼ਲ ਨੀਡਸ ਜਿਹੜੀਆਂ ਰੈਕੋਗਨੀਸ਼ਨ ਦਾ ਮਸਲਾ ਹੈ। ਤਾਂ ਅਸੀਂ ਇਹਨਾਂ ਦੋ ਤਰ੍ਹਾਂ ਨਾਲ ਜਿਹੜੀਆਂ ਨੇ ਮੋਟੀਵੇਸ਼ਨ ਦੀ ਜ਼ਰੂਰਤ ਜਿਹੜੀ ਹੈ ਉਸ ਨੂੰ ਦੇਖਦੇ ਹਾਂ। ਥੋੜੀ ਜਿਹੀ ਡੈਫੀਨੇਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ। ਡਾਲਟਨ ਇੱਕ ਗੱਲ ਕਰਦੇ ਆ ਕਿ motivation refers to the way in which urges, drives, desires, aspirations, striving, needs and
direct control and explain the behavior of human being। ਇਹ ਉਹ ਸਾਰੇ ਜਿਹੜੇ ਕੰਪੋਨੈਂਟਸ ਨੇ ਜਿਹੜੇ ਹਿਊਮਨ ਬੀਇੰਗਸ ਨੇ ਜਿਹੜੇ ਉਸ ਨੂੰ ਕੰਮ ਕਰਨ ਦੇ ਲਈ ਮਜਬੂਰ ਕਰਦੇ ਆ। ਉਹ ਭਾਵੇਂ ਤੁਹਾਡੀਆਂ ਅਰਜ਼ਸ ਨੇ ਜਿਨ੍ਹਾਂ ਨੂੰ ਅਸੀਂ ਹੁਣੇ ਕਿਹਾ ਬਾਇਓਲੋਜੀਕਲ ਨੀਡਸ ਨੇ, ਜਿਹੜੀਆਂ ਫਿਜ਼ੀਕਲ ਨੀਡਸ ਨੇ, ਡਰਾਈਵਸ ਨੇ ਜਿਹੜੀ ਕਿਸੇ ਨੂੰ ਆਈਐਸ ਬਣਨ ਦੀ ਜਿਹੜੀ ਹੈ ਲਈ ਮੋਟੀਵੇਟ ਕਰ ਦਿੰਦੀ ਹੈ, ਜਾਂ ਕੋਈ ਵਰਲਡ ਚੈਂਪੀਅਨ ਬਣਨ ਲਈ ਮੋਟੀਵੇਟ ਕਰ ਦਿੰਦੀ ਹੈ। ਉਹ ਡਿਜ਼ਾਇਰ ਹੈ, ਕੋਈ ਐਸਪੀਰੇਸ਼ਨ ਰੱਖਦਾ ਹੈ ਕਿ ਪੀਸੀਐਸ ਐਗਜ਼ਾਮ ਕਲੀਅਰ ਕਰਨਾ ਹੈ, ਕੋਈ ਕਹਿੰਦਾ ਮੈਂ ਬੈਸਟ ਐਥਲੀਟ ਬਣਨਾ ਹੈ, ਕੋਈ ਕਹਿੰਦਾ ਮੈਂ ਕਾਲਜ ਟੌਪ ਕਰਨਾ ਹੈ, ਕੋਈ ਕਹਿੰਦਾ ਯੂਨੀਵਰਸਿਟੀ ਟੌਪ ਕਰਨੀ ਹੈ। ਸਟ੍ਰਾਈਵਿੰਗਸ ਨੇ ਔਰ ਉਸ ਤੋਂ ਬਿਨਾਂ ਕੁਝ ਜ਼ਰੂਰਤਾਂ ਨੇ, ਨੀਡਸ ਨੇ, ਠੀਕ ਹੈ। ਇਹ ਸਾਡੇ ਬਿਹੇਵੀਅਰ ਨੂੰ ਕੰਟਰੋਲ ਕਰਦੀਆਂ ਨੇ। ਤਾਂ ਇਹ ਮੋਟੀਵੇਸ਼ਨ ਇੱਕ ਇਸ ਤਰ੍ਹਾਂ ਦਾ ਫੈਕਟਰ ਹੈ ਜਿਹੜਾ ਤੁਹਾਡੇ ਬਿਹੇਵੀਅਰ ਨੂੰ ਕੰਟਰੋਲ ਕਰਦਾ ਹੈ। ਜਿਹੜੇ ਲੋਕ ਕੰਟੈਂਟਡ ਹੋ ਜਾਂਦੇ ਆ, ਜਿਹੜੇ ਸੰਤੁਸ਼ਟ ਹੋ ਜਾਂਦੇ ਆ ਲਾਈਫ 'ਚ, ਜਿਨ੍ਹਾਂ ਦੀ ਕੋਈ ਡਿਜ਼ਾਇਰ ਨਹੀਂ ਰਹਿੰਦੀ, ਜਿਸ ਨੂੰ ਅਸੀਂ ਕਹਿੰਦੇ ਆ ਨਨ ਔਰ ਮੌਂਕ ਬਣ ਕੇ ਜਿਹੜੇ ਭਿਕਸ਼ੂ ਬਣ ਜਾਂਦੇ ਆ, ਉਹਨਾਂ ਲੋਕਾਂ ਦੀ ਡਿਜ਼ਾਇਰ ਨਹੀਂ ਰਹਿੰਦੀ। ਉਹ ਉਹਨਾਂ ਨੂੰ ਕੰਮ ਕਰਨ ਦੀ ਇੱਛਾ ਵੀ ਨਹੀਂ ਹੁੰਦੀ। ਉਹ ਬਿਲਕੁਲ ਦੇਸ਼ ਛੱਡ ਦਿੰਦੇ ਆ, ਸਮਾਜ ਛੱਡ ਦਿੰਦੇ ਆ, ਉਹ ਆਈਸੋਲੇਟ ਹੋ ਜਾਂਦੇ ਆ, ਉਹ ਅਸਾਈਲਮ ਚਲੇ ਜਾਂਦੇ ਆ। ਤਾਂ ਉਹ ਲੋਕਾਂ ਇਸ ਕਰਕੇ ਸਮਾਜ 'ਚ ਜਿੰਨਾ ਚਿਰ ਰਹਿੰਦੇ ਹੋ ਸਾਨੂੰ ਕਿਸੇ ਨਾ ਕਿਸੇ ਡਿਜ਼ਾਇਰ ਦੇ ਕਾਰਨ ਮੋਟੀਵੇਟਡ ਰਹਿਣਾ ਪੈਂਦਾ ਕੰਮ ਕਰਨੇ। ਇੱਕ ਦੋ ਡੈਫੀਨੇਸ਼ਨ ਜਿਹੜੀ ਹੈ ਅਸੀਂ ਹੋਰ ਦੇਖ ਸਕਦੇ ਹਾਂ, ਜਿਵੇਂ ਵਿਟਾਇਲ ਜਿਹੜੇ ਨੇ ਉਹ ਕੀ ਕਹਿੰਦੇ ਆ, ਮੋਟੀਵੇਸ਼ਨ ਰਿਪਰੈਜ਼ੈਂਟ and unsatisfied needs which create a state of tension and disequilibrium, causing the individual to make goal directed pattern toward restoring the state of equilibrium by satisfying the needs। ਉਹ ਕਹਿੰਦੇ ਆ ਕਿ ਮੋਟੀਵੇਸ਼ਨ ਇੱਕ ਤਰ੍ਹਾਂ ਦੀ ਡਿਸਇਕੁਲਿਬਰੀਅਮ ਜਾਂ ਅਨਇਕੁਲਿਬਰੀਅਮ ਦੀ ਇੱਕ ਸਟੇਜ ਹੈ ਜਿਹੜੀ ਸਾਡੇ ਅੰਦਰ ਇੰਬੈਲੈਂਸ ਪੈਦਾ ਕਰਦੀ ਹੈ, ਔਰ ਇਨਸਾਨ ਹਮੇਸ਼ਾ ਬੈਲੈਂਸ ਰਹਿਣਾ ਚਾਹੁੰਦਾ ਹੈ। ਇਸ ਇੰਬੈਲੈਂਸ ਤੋਂ ਬੈਲੈਂਸ ਤੱਕ ਦਾ ਜਿਹੜਾ ਪਾਥ ਹੈ ਉਹਦੇ ਵਿੱਚ ਜਿਹੜੇ ਐਕਸ਼ਨ ਉਹ ਕਰਦਾ ਹੈ, ਜਿਹੜਾ ਉਹ ਪੈਟਰਨ ਜਿਹੜਾ ਹੈ ਉਹ ਅਡਾਪਟ ਕਰਦਾ ਹੈ, ਉਹ ਮੋਟੀਵੇਸ਼ਨ ਹੈ। ਤੇ ਕਰਦਾ ਕਿਉਂ ਹੈ? ਜਦੋਂ ਹੀ ਕੋਈ ਚੀਜ਼ ਇੰਬੈਲੈਂਸ ਹੁੰਦੀ ਹੈ ਤਾਂ ਟੈਂਸ ਹੋ ਜਾਂਦਾ, ਉਸ ਟੈਂਸ਼ਨ 'ਚ ਬਹੁਤ ਟਾਈਮ ਤੱਕ ਉਹ ਰਹਿ ਨਹੀਂ ਸਕਦਾ, ਔਰ ਹੀ ਹੈਜ਼ ਡਿਜ਼ਾਇਰ ਟੂ ਰਿਮੂਵ ਦੈਟ ਟੈਂਸ਼ਨ। ਉਹ ਆਪਣੇ ਆਪ ਨੂੰ, ਕਿਉਂਕਿ ਉਹਦੇ 'ਚ ਮਤਲਬ ਹੈ ਅਨਕੰਫਰਟ ਫੀਲ ਕਰਦਾ, ਤਾਂ ਉਹ ਕੰਫਰਟ ਵੱਲ ਨੂੰ ਉਹਦੀ ਹਮੇਸ਼ਾ ਡਿਜ਼ਾਇਰ ਰਹਿੰਦੀ ਹੈ ਕਿ ਮੈਂ ਕੰਫਰਟ 'ਚ ਕਦੋਂ ਆਵਾਂ। ਕੰਫਰਟ 'ਚ ਉਦੋਂ ਆਏਗਾ ਜਦੋਂ ਟੈਨਸ਼ਨ ਹਟੇਗੀ। ਜਦੋਂ ਟੈਨਸ਼ਨ ਕਿਵੇਂ ਹਟੇਗੀ? ਉਹਦੇ ਲਈ ਉਸਨੂੰ ਕੋਈ ਨਾ ਕੋਈ ਐਕਸ਼ਨ ਕਰਨਾ ਪਏਗਾ। ਉਹ ਐਕਸ਼ਨ ਹੀ ਉਹਦੀ ਮੋਟੀਵੇਸ਼ਨ। ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਦੇਖਦੇ ਹਾਂ। ਮੈਮੋਰੀਆ ਕੀ ਕਹਿੰਦੇ ਆ, ਅ ਵਿਲਿੰਗਨੈਸ ਟੂ ਸਪੈਂਡ એનર્ਜੀ ਟੂ ਅਚੀਵ ਅ ਗੋਲ ਔਰ ਰਿਵਾਰਡ। ਉਹ ਕਹਿੰਦੇ ਆ ਕਿ ਇਹ ਵਿਲਿੰਗਨੈਸ ਹੈ ਆਪਣੀ એનર્ਜੀ ਨੂੰ ਯੂਟਿਲਾਈਜ਼ ਕਰਨ ਦੀ, ਤੇ ਤਾਂ ਕਿ ਕੋਈ ਗੋਲ ਅਚੀਵ ਕੀਤਾ ਜਾ ਸਕੇ। ਮੰਨ ਲਓ ਤੁਸੀਂ ਕਹਿੰਦੇ ਹੋ ਕਿ ਮੈਂ ਕਾਲਜ ਟੌਪ ਕਰਨਾ ਹੈ, ਤਾਂ ਇਹ ਇੱਕ ਮਤਲਬ ਤੁਹਾਡਾ ਗੋਲ ਹੈ। ਉਹਦੇ ਲਈ ਤੁਸੀਂ ਵਿਲਿੰਗਲੀ ਆਪਣੇ ਰੀਡਿੰਗ ਆਵਰਸ ਜਿਹੜੇ ਨੇ ਉਹਨਾਂ ਨੂੰ ਡਬਲ ਕਰ ਦਿੰਦੇ ਹੋ, ਆਪਣੇ ਨੋਟਸ ਜਿਹੜੇ ਨੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ। ਤਾਂ ਨੈਚੁਰਲ ਹੈ ਉਹ ਆਪਣੀ એનર્ਜੀ ਨੂੰ ਐਕਸਪੈਂਡ ਕਰਨਾ ਹੈ ਜਿਹੜੀ ਤੁਹਾਡੇ ਅੰਦਰ ਪਹਿਲਾਂ ਤੋਂ ਐਗਜ਼ਿਸਟ ਕਰਦੀ ਹੈ। ਤੁਸੀਂ ਵਿਲਿੰਗਲੀ ਆਪਣੀ ਚੁਆਇਸ ਨਾਲ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ। ਤਾਂ ਅਸੀਂ ਮੀਨਿੰਗ ਨੂੰ ਸਮਝ ਲਿਆ। ਤਾਂ ਇਹ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਏਗਾ। ਅਸੀਂ ਇਸ ਨੂੰ ਥੋੜਾ ਜਿਹਾ ਐਡਮਿਨਿਸਟ੍ਰੇਟਿਵ ਐਂਗਲ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, 2-4 ਐਗਜ਼ਾਮਪਲ 2-4 ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤੇ ਆ। ਤਾਂ ਅਸੀਂ ਅਗਲੀ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦੇ ਕਰੈਕਟਰਿਸਟਿਕਸ ਕੀ ਨੇ। ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਐਲੈਬੋਰੇਟ ਨਹੀਂ ਕਰਾਂਗਾ ਕਿਉਂਕਿ ਅੱਗੇ ਬਹੁਤ ਡਿਟੇਲਡ ਕੰਮ ਚੱਲਦਾ ਰਹੇਗਾ। ਤਾਂ ਪਹਿਲਾ ਹੈ ਮੋਟੀਵੇਸ਼ਨ ਇਜ਼ ਅ ਸਾਈਕੋਲੋਜੀਕਲ ਕਨਸੈਪਟ। ਸਾਈਕੋਲੋਜੀ ਨਾਲ ਜੁੜਿਆ ਹੋਇਆ ਹੈ, ਇਹ ਤੁਹਾਡੀਆਂ ਨੀਡਸ ਦਾ ਪਾਰਟ ਹੈ। ਮੈਂ ਪਹਿਲਾਂ ਹੀ ਕਿਹਾ ਇਹ ਦੋ ਤਰ੍ਹਾਂ ਦੀਆਂ ਨੀਡਸ ਨੇ, ਇੱਕ ਤੁਹਾਡਾ ਫਿਜ਼ੀਕ ਹੈ, ਇੱਕ ਤੁਹਾਡੀ ਸੌਫਟ ਸਕਿੱਲਸ ਨੇ, ਤੇ ਤੀਸਰਾ ਤੁਹਾਡੀ ਸਾਈਕੋਲੋਜੀ ਹੈ। ਤਾਂ ਅਸੀਂ ਇਹਨਾਂ ਸਾਰਿਆਂ ਨੂੰ ਦੇ ਵਿੱਚ ਜਦੋਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੈਟ ਇਜ਼ ਮੋਟੀਵੇਸ਼ਨ। ਠੀਕ ਹੈ। ਅਗਲੀ ਗੱਲ ਹੈ ਮੋਟੀਵੇਸ਼ਨ ਅਫੈਕਟ ਦਾ ਹੋਲ ਇੰਡੀਵਿਜੂਅਲ ਇਨ ਟੋਟੈਲਿਟੀ, ਨਾਟ ਇਨ ਪਾਰਟ ਆਫ ਹਿਮ ਔਰ ਹਰ। ਇਹ ਮੋਟੀਵੇਸ਼ਨ ਇੱਕ ਇਸ ਤਰ੍ਹਾਂ ਦੀ ਫੋਰਸ ਹੈ ਜਿਹੜੀ ਤੁਹਾਨੂੰ ਤੁਹਾਡੇ ਕੰਪਲੀਟ ਹੋਲ ਨੂੰ, ਤੁਹਾਡੇ ਮਤਲਬ ਸੰਪੂਰਨ ਵਿਅਕਤੀਤਵ ਨੂੰ ਅਫੈਕਟ ਕਰਦੀ ਹੈ। ਇਹ ਕਿਸੇ ਇੱਕ ਪਾਰਟ ਤੇ ਅਫੈਕਟ ਨਹੀਂ ਕਰਦੀ। ਮਤਲਬ ਤੁਸੀਂ ਕੁਝ ਅਚੀਵ ਕਰਨਾ ਚਾਹੁੰਦੇ ਹੋ ਤੇ ਇਹ ਨਹੀਂ ਹੋਏਗਾ ਕਿ ਤੁਹਾਡਾ ਬ੍ਰੇਨ ਇਕੱਲਾ ਕੰਮ ਕਰਦੇ ਰਹੇ, ਤੁਸੀਂ ਮਤਲਬ ਤੁਸੀਂ ਬਾਡੀ ਮੂਵਮੈਂਟਸ ਤੁਹਾਡੀਆਂ ਹੋਣ ਹੀ ਨਾ। ਜੇ ਤੁਸੀਂ ਬੈਸਟ ਰਨਰ ਬਣਨਾ ਚਾਹੁੰਦੇ ਹੋ, ਇਹ ਨਹੀਂ ਹੈ ਕਿ ਦਿਮਾਗ 'ਚ ਪਲਾਨ ਕਰ ਲਿਆ ਤੇ ਤੁਸੀਂ ਰਨਰ ਬਣ ਜਾਓਗੇ। ਤੁਹਾਨੂੰ ਉਹਦੇ ਲਈ ਸਵੇਰੇ ਉੱਠ ਕੇ ਗਰਾਊਂਡ 'ਚ ਜਾਣਾ ਪਏਗਾ। ਜਾਂ ਜੇ ਤੁਸੀਂ ਬੈਸਟ ਜਿਹੜਾ ਹੈ ਸਕਾਲਰ ਬਣਨਾ ਚਾਹੁੰਦੇ ਹੋ, ਤਾਂ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਹੈ ਸਿਰਫ ਬ੍ਰੇਨ 'ਚ ਪਲਾਨ ਕਰ ਲਿਆ, ਤੇ ਇਹ ਨਹੀਂ ਹੈ। ਉਸ ਦੇ ਲਈ ਤੁਹਾਨੂੰ ਜਿਹੜਾ ਹੈ ਰਿਸੋਰਸਿਸ ਸਰਚ ਕਰਨੇ ਪੈਣਗੇ, ਤੁਹਾਨੂੰ ਫਿਜ਼ੀਕਲੀ ਇਨਵੋਲਵ ਹੋ ਕੇ ਨੋਟਸ ਬੈਸਟ ਪ੍ਰਪੇਅਰ ਕਰਨੇ ਪੈਣਗੇ, ਤੁਹਾਨੂੰ ਪ੍ਰੈਕਟਿਸ ਕਰਨੀ ਪਏਗੀ, ਤੁਹਾਨੂੰ ਉਸਦੇ
ਜਿਹੜਾ ਪ੍ਰੈਜੈਂਟੇਸ਼ਨ ਸਿੱਖਣੀ ਹੈਗੀ ਤਾਂ ਹਾਂ ਵੀ ਕੀ ਗੱਲ ਕਰ ਰਹੇ ਸੀ ਤਾਂ ਤੁਹਾਡੇ ਕੰਪਲੀਟ ਹੋਲ ਨੂੰ ਅਫੈਕਟ ਕਰਦੀ ਹੈ। ਜੇ ਤੁਹਾਨੂੰ ਟੈਨਸ਼ਨ ਹੋਵੇ ਤਾਂ ਟੈਨਸ਼ਨ ਦਾ ਮਤਲਬ ਇਹ ਨਹੀਂ ਹੈ ਤੁਹਾਡਾ ਬ੍ਰੇਨ ਅਫੈਕਟ ਹੋਏਗਾ। ਮੋਟੀਵੇਸ਼ਨ ਜਿਹੜੀ ਹੈ ਉਹ ਇੱਕ ਤਰ੍ਹਾਂ ਇੰਬੈਲੈਂਸ ਕ੍ਰੀਏਟ ਕਰਕੇ ਤੁਹਾਨੂੰ ਟੈਂਸ ਕਰਦੀ ਹੈ। ਜਦੋਂ ਤੁਸੀਂ ਟੈਂਸ ਹੁੰਦੇ ਹੋ ਤਾਂ ਤੁਹਾਡੀ ਜਿਹੜੀ ਪੂਰੀ ਬਾਡੀ ਹੈ ਉਹ ਅਨਰੈਸਟ ਚਲੇ ਜਾਂਦੀ ਹੈ, ਤਾਂ ਇਹ ਪੂਰੇ ਹੋਲ ਨੂੰ ਅਫੈਕਟ ਕਰਦਾ ਹੈ। ਇਹ ਬੇਸਿਕਲੀ ਸਾਰਾ ਕੁਝ ਤੁਹਾਡੀ ਜਦੋਂ ਤੁਸੀਂ ਟੈਂਸ ਹੋ ਤੁਹਾਡੀ ਭੁੱਖ ਜਿਹੜੀ ਹੈ ਉਹ ਖਤਮ ਹੋ ਜਾਏਗੀ, ਠੀਕ ਹੈ। ਤੁਹਾਡਾ ਬੀਪੀ ਜਿਹੜਾ ਹੈ ਉਹ ਅਪ ਚਲਾ ਜਾਏਗਾ, ਤੁਹਾਡਾ ਐਪੀਟਾਈਟ ਖਤਮ ਹੋ ਜਾਏਗਾ, ਤੁਹਾਡੀ ਨੀਂਦ ਜਿਹੜੀ ਹੈ ਉਹ ਚਲੀ ਜਾਏਗੀ। ਇਹਦਾ ਮਤਲਬ ਹੈ ਤੁਹਾਡੀਆਂ ਸਾਰੀਆਂ ਉਹ ਨੀਡਸ ਜਿਹੜੀਆਂ ਇਹਦੇ ਨਾਲ ਕਨੈਕਟਡ ਨੇ, ਭਾਵੇਂ ਉਹ ਫਿਜ਼ੀਕਲ ਨੇ, ਭਾਵੇਂ ਉਹ ਜਿਹੜਾ ਬਾਇਓਲੋਜੀਕਲ ਨੇ, ਭਾਵੇਂ ਉਹ ਸਾਈਕੋਲੋਜੀਕਲ ਨੇ, ਇਹ ਸਾਰੀਆਂ ਇੱਕੋ ਪੈਟਰਨ ਤੇ ਅਫੈਕਟ ਹੁੰਦੀਆਂ ਨੇ। ਇਹਦਾ ਇਹ ਮਤਲਬ ਨਹੀਂ ਹੈ ਕਿ ਜੇ ਤੁਸੀਂ ਟੈਂਸ ਹੋਏ ਹੋ ਤਾਂ ਤੁਹਾਡਾ ਸਿਰਫ ਬ੍ਰੇਨ ਜਿਹੜਾ ਹੈ ਉਹ ਟੈਂਸ ਹੋ ਗਿਆ, ਤੁਹਾਡੇ ਸਟਮਕ ਨੂੰ ਅਫੈਕਟ ਨਹੀਂ ਹੋਏਗਾ, ਤੁਹਾਡੀ એનર્ਜੀ ਨੂੰ ਅਫੈਕਟ ਨਹੀਂ। ਇਕਨੋਮਿਕਸ 'ਚ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਜ਼ਰੂਰਤਾਂ ਖਤਮ ਨਹੀਂ ਹੁੰਦੀਆਂ, ਅਨਲਿਮਿਟਡ ਹੁੰਦੀਆਂ ਨੀਡਸ, ਹੈ ਨਾ। ਪਰ ਇਹ ਹਮੇਸ਼ਾ ਹੀ ਪੋਸੀਬਲ ਨਹੀਂ ਹੁੰਦਾ ਕਿ ਅਨਲਿਮਿਟਡ ਹੀ ਹੁੰਦੀਆਂ ਨੇ। ਇੱਕ ਟਾਈਮ ਤੇ ਜਾ ਕੇ ਤੁਸੀਂ ਕੰਟੈਂਟਡ ਹੋਣਾ ਫੀਲ ਕਰਦੇ ਹੋ। ਜਦੋਂ ਤੁਹਾਨੂੰ ਜੇ ਤੁਸੀਂ ਕਰੋਨਾ ਨੂੰ ਦੇਖੋ ਤਾਂ ਕਰੋਨਾ ਇਸ ਦੀ ਬੈਸਟ ਐਗਜ਼ਾਮਪਲ ਹੈ ਕਿ ਜਦੋਂ ਕਰੋਨਾ ਆਪਣੀ ਫਸਟ ਸਟੇਜ 'ਚ ਐਂਟਰ ਕਰਦਾ, ਜਦੋਂ ਅਸੀਂ ਲੋਕਡਾਊਨ 'ਚ ਜਾਂਦੇ ਹਾਂ ਤਾਂ ਸਾਨੂੰ ਐਂ ਲੱਗਦਾ ਕਿ ਅਸੀਂ ਬੇਸਿਕ ਜਿਹੜੀਆਂ ਨੇ ਸਰਵਾਈਵਲ ਵਾਲੀਆਂ ਜਿਹੜੀਆਂ ਕਮੋਡਿਟੀਜ਼ ਨੇ ਉਹਨਾਂ ਤੇ ਸਰਵਾਈਵ ਕਰਨਾ ਸ਼ੁਰੂ ਕਰ ਦਿੰਦੇ ਆ। ਰੋਟੀ ਕੱਪੜਾ ਤੇ ਮਕਾਨ, ਬਸ ਉਨੀ ਹੀ ਸਾਡੀਆਂ ਜ਼ਰੂਰਤਾਂ ਰਹਿ ਜਾਂਦੀਆਂ ਨੇ। ਲਗਜ਼ਰੀ ਸਾਰੀ ਸ਼ੰਟ ਹੋ ਜਾਂਦੀ ਹੈ। ਕਿਸੇ ਨੂੰ ਫਿਕਰ ਨਹੀਂ ਹੈ ਕਿ ਕਾਰ ਹੋਏਗੀ ਜਾਂ ਨਹੀਂ ਹੋਏਗੀ, ਕਿਸੇ ਨੂੰ ਫਿਕਰ ਨਹੀਂ ਹੈ ਕਿ ਮੈਂ ਬ੍ਰਾਂਡ ਦੇ ਕੱਪੜੇ ਪਾਏ ਆ ਕਿ ਨਹੀਂ ਪਾਏ ਆ। ਹਰ ਇੱਕ ਨੂੰ ਫਿਕਰ ਹੈ ਕਿ ਰੋਟੀ ਲਈ ਸਾਨੂੰ ਆਟਾ ਮਿਲ ਜਾਏਗਾ, ਕਿਤੇ ਉਹ ਸ਼ਾਪ ਜੇ ਬੰਦ ਹੋ ਗਈ ਤਾਂ ਰੋਟੀ ਦਾ ਕੀ ਬਣੇਗਾ। ਕਿਸੇ ਨੂੰ ਇਹ ਫਰਕ ਨਹੀਂ ਪੈਂਦਾ ਕਿ ਪੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ, ਕਿਸੇ ਨੂੰ ਇਹ ਫਰਕ ਨਹੀਂ ਪੈਂਦਾ ਕਿ 버ਗਰ ਮਿਲੇਗਾ ਨਹੀਂ ਮਿਲੇਗਾ, ਕਿਸੇ ਨੂੰ ਇਹ ਨਹੀਂ ਪਤਾ ਫਰਕ ਕਿ KFC ਜਾ ਪਾਵਾਂਗੇ ਕਿ ਨਹੀਂ ਜਾ ਪਾਵਾਂਗੇ, ਕਿਸੇ ਨੂੰ ਇਹ ਨਹੀਂ ਹੈ ਕਿ ਸ਼ਾਪਿੰਗ ਮਾਲ ਜਾ ਪਾਵਾਂਗੇ ਨਹੀਂ। ਪਰ ਸਾਡੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਲਿਮਿਟ ਹੋ ਜਾਂਦੀਆਂ। ਤਾਂ ਜਦੋਂ ਅਸੀਂ ਰਿਅਲਾਈਜ਼ ਕਰ ਲੈਂਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਹੈ ਦਿਖਾਵਾ ਹੈ, ਮੈਂ ਕਹਿਣਾ ਸ਼ੁਰੂ ਕੀਤਾ ਸੀ ਅਸੀਂ ਇੱਕ ਵਾਰ ਇਸੇ ਪੀਰੀਅਡ 'ਚ ਕਿ ਸਾਡੀਆਂ ਜ਼ਰੂਰਤਾਂ ਤਾਂ ਬਹੁਤ ਹੀ ਲਿਮਿਟਡ ਨੇ, ਬਾਕੀ ਸਾਰੀ ਤਾਂ ਲਗਜ਼ਰੀ ਹੈ। ਮੋਬਾਈਲ ਫੋਨ ਦਾ ਰੱਖਣਾ ਇੱਕ ਲਗਜ਼ਰੀ ਹੈ, ਹਨਾ। ਤੁਹਾਡੇ ਕੋਲ ਮਤਲਬ ਅਚਾਰ ਤੇ ਰੋਟੀ ਨਾਲ ਤੁਸੀਂ ਸਰਵਾਈਵ ਕਰ ਸਕਦੇ ਹੋ, ਤੇ ਉਸ ਤੋਂ ਬਾਅਦ ਜੇ ਤੁਹਾਨੂੰ ਸਬਜ਼ੀ ਮਿਲਦੀ ਹੈ ਤਾਂ ਉਹ ਲਗਜ਼ਰੀ ਹੈ। ਤਾਂ ਇਹ ਤੁਸੀਂ ਨਹੀਂ ਦੇਖਿਆ, ਇਹ ਉਹਨਾਂ ਸਲਮ 'ਚ ਜਾ ਕੇ ਅਸੀਂ ਦੇਖਿਆ ਜਿੱਥੇ 3-3 ਦਿਨ ਖਾਣਾ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਅਚਾਰ ਨਾਲ ਵੀ ਰੋਟੀ ਮਿਲੀ ਤਾਂ ਉਹਨਾਂ ਨੂੰ ਲੱਗਿਆ ਕਿ ਜੀਵਨ ਮਿਲ ਗਿਆ। ਤਾਂ ਇਹ ਬੇਸਿਕ ਨੀਡਸ ਨੇ, ਅਨਐਂਡਿੰਗ ਤਾਂ ਨਹੀਂ ਹੈ। ਇੱਕ ਟਾਈਮ ਤੇ ਜਾ ਕੇ ਤੁਸੀਂ ਕੰਟੈਂਟਡ ਹੋ ਜਾਂਦੇ ਹੋ, ਪਰ ਨਾਰਮਲੀ ਅਸੀਂ ਇਹ ਕਹਿੰਦੇ ਹਾਂ ਅਨਲਿਮਿਟਡ ਹੈ। ਹਮੇਸ਼ਾ ਲੋਕ ਮੋਟੀਵੇਟਡ ਰਹਿੰਦੇ ਨੇ, ਹਰ ਫੇਜ਼ ਦੇ ਵਿੱਚ ਮੋਟੀਵੇਸ਼ਨ ਬਦਲਦੀ ਰਹਿੰਦੀ ਹੈ, ਪਰ ਮੋਟੀਵੇਸ਼ਨ ਹਮੇਸ਼ਾ ਲਾਈਫ ਦੇ ਐਂਡ ਤੱਕ ਰਹਿੰਦੀ ਹੈ। ਇਸੇ ਕਰਕੇ ਕਹਿੰਦੇ ਆ ਕਿ ਡੈਥ ਤੱਕ ਲੋਕਾਂ 'ਚ ਡਿਜ਼ਾਇਰ ਰਹਿੰਦੀ ਹੈ ਕਿ ਮੈਂ ਕੁਝ ਹੋਰ ਕਰ ਲਵਾਂ। ਤਾਂ ਨਾਨ ਫੁਲਫਿਲਮੈਂਟ ਆਫ ਦਾ ਬੇਸਿਕ ਨੀਡਸ ਮੇਕ ਆ ਮੈਨ ਸਿਕ। ਜਦੋਂ ਕੋਈ ਜ਼ਰੂਰਤ ਪੂਰੀ ਨਹੀਂ ਹੁੰਦੀ ਤਾਂ ਲੋਕ ਪਾਗਲ ਹੋ ਜਾਂਦੇ, ਠੀਕ ਹੈ। ਭਾਵੇਂ ਉਹ ਤੁਹਾਡੀ ਬਾਇਓਲੋਜੀਕਲ ਹੈ, ਭਾਵੇਂ ਉਹ ਤੁਹਾਡੀ ਫਿਜ਼ੀਓਲੋਜੀਕਲ ਹੈ, ਭਾਵੇਂ ਉਹ ਤੁਹਾਡੀ ਜਿਹੜੀ ਹੈ ਸੋਸ਼ਲ ਨੀਡ ਹੈ, ਠੀਕ ਹੈ। ਕੁਝ ਲੋਕ ਤਾਂ ਸਿਰਫ ਇਸ ਕਰਕੇ ਬਿਮਾਰ ਹੋ ਜਾਂਦੇ ਆ ਕਿ ਮੈਨੂੰ ਕਿਸੇ ਨੇ ਪ੍ਰੈਜ਼ੀਡੈਂਟ ਨਹੀਂ ਬਣਾਇਆ, ਮੈਨੂੰ ਕਿਸੇ ਨੇ ਲੀਡਰ ਨਹੀਂ ਬਣਾਇਆ। हाँ जी दविंदर सर। gmail है कि आपको है? जीमेल है जी। gmail। ਔਰ ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੋਲ ਆਰ ਮੋਟੀਵੇਟਰਸ, ਹਮੇਸ਼ਾ ਹੀ ਕਹਿੰਦੇ ਨੇ ਕਿ ਟਾਰਗੇਟ ਜਿਹੜੇ ਨੇ ਨਾ ਉਹ ਤੁਹਾਨੂੰ ਕੰਪੈਲ ਕਰਦੇ ਆ ਕਿ ਰਾਤ ਨੂੰ, ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬੀ ਬਾਹਰ ਯੂਰਪ ਦੇ ਕੰਟਰੀਜ਼ 'ਚ ਗਏ ਆ ਜਿੱਥੇ ਬੜੀ ਬਰਫ਼ ਪੈਂਦੀ ਹੈ, ਤੇ ਉਹ ਕਹਿੰਦੇ ਆ ਕਿ ਇਹ ਟਾਰਗੇਟ ਕਿ ਸਾਨੂੰ ਆਪਣੀ ਜਿਹੜੀ ਘਰ ਦੀ ਕਿਸ਼ਤ ਜਿਹੜੀ ਹੈ ਉਹ ਭਰਨ ਲਈ ਇੰਨੇ ਡਾਲਰ ਪਰ ਡੇ ਕਮਾਉਣੇ ਹੀ ਨੇ। ਉਹ ਟਾਰਗੇਟ ਜਿਹੜਾ ਹੈ ਉਹ ਗੋਲ ਹੀ ਉਹਨਾਂ ਨੂੰ ਆਪਣੀ ਰਜਾਈ ਛੱਡਣ ਲਈ ਮਜਬੂਰ ਕਰ ਦਿੰਦਾ। ਅਦਰਵਾਈਜ਼ ਉਨੀ ਠੰਡ 'ਚ ਲੋਕ ਜਿਹੜੇ ਹੈ ਬਾਹਰ ਨਿਕਲਣਾ ਪਸੰਦ ਨਾ ਕਰਨ, ਜਾਂ ਕੋਈ ਜੇ ਪੰਜਾਬ ਦੇ ਵਿੱਚ ਹੋਣ ਤੇ ਬਿਨਾਂ ਕਿਸੇ ਲੋਨ ਤੇ ਸਿਰ ਤੇ ਹੋਣ ਤਾਂ ਮੈਨੂੰ ਲੱਗਦਾ ਉਹ ਘਰੋਂ ਬਾਹਰ ਪੈਰ ਨਾ ਰੱਖਣ ਜਾਂ ਰਜਾਈ ਚੋਂ ਬਾਹਰ ਵੀ ਨਹੀਂ ਨਿਕਲਦਾ। ਗੋਲ ਜਿਹੜੇ ਨੇ ਉਹ ਤੁਹਾਨੂੰ ਮੋਟੀਵੇਟ ਕਰਦੇ ਆ। ਅਗਲਾ ਹੈ ਸੈਲਫ ਕੰਸੈਪਟ ਫਾਰ ਯੂਨੀਫਾਈਂਗ ਦਾ ਫੋਰਸ। ਕਹਿੰਦੇ ਆ ਕਿ ਜਿਹੜਾ ਕੋਈ ਪਰਸਨ ਹੈ ਉਹਦਾ ਆਪਣਾ ਸੈਲਫ ਕੰਸੈਪਟ ਜਿਹੜਾ ਹੈ ਉਹ ਉਸਦੀ ਸਾਰੀ એનર્ਜੀ ਨੂੰ ਚੈਨਲਾਈਜ਼ ਕਰਦਾ ਹੈ। ਜੇ ਕੋਈ ਪਰਸਨ ਡਿਸਾਈਡਡ ਹੈ, ਡਿਟਰਮਿੰਡ ਹੈ ਔਰ ਮੋਟੀਵੇਟਡ ਹੈ, ਔਰ ਉਹ ਅਚੀਵ ਕਰਨਾ ਚਾਹੁੰਦਾ ਹੈ, ਤਾਂ ਉਹ ਆਪਣੀ ਸਾਰੀ ਫੋਰਸ ਜਿਹੜੀ ਹੈ ਉਹ ਪੋਜ਼ਿਟਿਵ ਵੇ 'ਚ ਲਗਾਏਗਾ। ਪਰ ਜੇਕਰ ਉਹ ਨੈਗੇਟਿਵ ਹੈ ਤੇ ਉਸ ਨੂੰ ਲੱਗਦਾ ਮੈਂ ਕੁਝ ਨਹੀਂ ਕਰ ਸਕਦਾ, ਤੁਹਾਡੀ ਸੈਲਫ ਇਮੇਜ, ਤੁਹਾਡੀ ਜਿੰਨੀ ਕੈਪੇਬਿਲਿਟੀ ਹੁੰਦੀ ਹੈ ਉਸ ਨੂੰ ਵੀ ਨੈਗੇਟਿਵ ਕਰ ਦਿੰਦੀ ਹੈ, ਤੇ ਤੁਸੀਂ ਜਿਹੜਾ ਹੈ ਜੋ ਅਚੀਵ ਕਰ ਸਕਦੇ ਤੁਸੀਂ ਉਹ ਵੀ ਅਚੀਵ ਨਹੀਂ ਕਰਦੇ। ਤਾਂ ਯੂਨੀਫਾਈਂਗ ਫੋਰਸ ਹੈ, ਭਾਵੇਂ ਪੋਜ਼ਿਟਿਵ ਲੈ ਲਓ ਭਾਵੇਂ ਨੈਗੇਟਿਵ ਲੈ ਲਓ। ਅੱਗੇ ਹੈ
ਕੰਪਲੈਕਸ ਫਿਨੋਮੀਨਾ ਹੈ। ਮੋਟੀਵੇਸ਼ਨ ਕੰਪਲੈਕਸ ਇਸ ਕਰਕੇ ਹੈ ਕਿ ਮੋਟੀਵੇਸ਼ਨ ਜਿਹੜੀ ਹੈ ਉਹ ਸਿੱਧੀ ਤੁਹਾਨੂੰ ਡਿਪਿਕਟ ਨਹੀਂ ਹੁੰਦੀ ਮੋਟੀਵੇਸ਼ਨ ਹੈ ਕੀ ਹੈ। ਠੀਕ ਹੈ, ਤੁਸੀਂ ਅਚੀਵ ਕੀ ਕਰਨਾ ਚਾਹੁੰਦੇ ਹੋ, ਅਦਰ ਪੀਪਲ ਕਾਂਟ ਅੰਡਰਸਟੈਂਡ ਦੈਟ। ਤੁਸੀਂ ਤੁਹਾਡੇ ਐਕਸ਼ਨ ਕੁਝ ਹੋਰ ਹੋ ਸਕਦੇ ਆ ਪਰ ਤੁਹਾਡਾ ਟਾਰਗੇਟ ਕੋਈ ਹੋਰ ਚੀਜ਼ ਹੋ ਸਕਦੀ। ਤਾਂ ਇਹ ਕੰਪਲੈਕਸ ਹੈ। ਕਈ ਵਾਰ ਕੋਈ ਚੀਜ਼ ਜਿਹੜੀ ਹੈ ਅਸੀਂ ਸਿੱਧੀ ਅਚੀਵ ਕਰਨਾ ਚਾਹੁੰਦੇ ਹਾਂ ਕਿ ਮੋਟੀਵੇਸ਼ਨ ਇਹ ਹੈ ਕਿ ਮੈਂ ਕਾਲਜ ਦੀ ਟੌਪਰ ਬਣਨਾ ਚਾਹੁੰਦੀ ਹਾਂ। ਠੀਕ ਹੈ, ਪਰ ਕਈ ਵਾਰ ਜਿਹੜਾ ਹੈ ਇਹ ਬਹੁਤ ਕੰਪਲੈਕਸ ਹੁੰਦਾ ਕਿ ਅਚੀਵ ਕਰਨਾ ਚਾਹੁੰਦੇ ਆ ਕਿ ਲਾਈਫ ਦੇ ਵਿੱਚ ਮੈਂ ਫਲਾਣੇ ਕਾਲਜ 'ਚ ਜਿਹੜਾ ਹੈ ਆਪਣੇ ਆਪ ਨੂੰ ਰਿਕਰੂਟ ਕਰਾਉਣਾ ਹੈ ਤੇ ਉਹਦੇ ਲਈ ਸਾਡੀ ਮੋਟੀਵੇਸ਼ਨ, ਤੁਹਾਡਾ ਟਾਰਗੇਟ ਰਿਕਰੂਟਮੈਂਟ ਹੈ ਪਰ ਤੁਸੀਂ ਕੰਮ ਕਾਹਦੇ ਲਈ ਕਰ ਰਹੇ ਹੋ, ਯੂਨੀਵਰਸਿਟੀ ਦੀ ਮੈਰਿਟ ਚਾਉਣ ਲਈ ਜਾਂ ਕਾਲਜ ਦੀ ਮੈਰਿਟ ਚਾਉਣ ਲਈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿੰਨਾ ਚਿਰ ਇਹ ਟਾਰਗੇਟ ਅਚੀਵ ਨਹੀਂ ਹੁੰਦਾ ਉਹ ਵਾਲਾ ਅਚੀਵ ਨਹੀਂ ਹੋਏਗਾ। ਤਾਂ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੀ ਮੋਟੀਵੇਸ਼ਨ ਬਹੁਤ ਕੰਪਲੈਕਸ ਹੁੰਦੀ ਹੈ। ਕ੍ਰਿਮੀਨਲ ਕਰਦੇ ਕੋਈ ਐਕਸ਼ਨ ਹੁੰਦੇ ਆ, ਅਚੀਵ ਕੁਝ ਕਰਨਾ ਹੁੰਦਾ ਉਹਨਾਂ ਨੇ। ਔਰ ਜਿਵੇਂ ਆਮ ਤੌਰ ਤੇ ਕਿਡਨੈਪਸ ਕੀਤੀਆਂ ਜਾਂਦੀਆਂ, ਕਿਡਨੈਪਿੰਗ ਦੀਆਂ ਜਿਹੜੀਆਂ ਇੰਸੀਡੈਂਟਸ ਹੁੰਦੀਆਂ ਨੇ, ਕਿਡਨੈਪ ਕਿਸੇ ਨੂੰ ਕੀਤਾ ਜਾਂਦਾ, ਕਿਡਨੈਪ ਕਰਕੇ ਜਿਹੜੀ ਹੈ ਜਾਂ ਜਿਹੜੀ ਮਨੀ ਹੈ ਉਹਦੀ ਕਾਲ ਤਾਂ ਬਹੁਤ ਰੇਅਰ ਹੁੰਦੀ ਹੈ। ਕਈ ਵਾਰ ਤਾਂ ਕੁਝ ਹੋਰ ਹੀ ਅਚੀਵ ਕਰਨਾ ਹੁੰਦਾ। ਉਹ ਭਾਵੇਂ ਬਾਇਓਲੋਜੀਕਲ ਨੀਡਸ ਹੋ ਸਕਦੀਆਂ ਨੇ, ਉਹ ਭਾਵੇਂ ਸੋਸ਼ਲ ਨੀਡਸ ਹੋ ਸਕਦੀਆਂ ਨੇ, ਭਾਵੇਂ ਜਿਵੇਂ ਸਾਡੇ ਜਿਹੜੇ ਐਰੋਪਲੇਨ ਹਾਈਜੈਕ ਹੁੰਦੇ ਆ ਉਹਦੇ ਵਿੱਚ ਆਮ ਤੌਰ ਤੇ ਟੈਰਰਿਸਟ ਜਿਹੜੇ ਆ ਹਾਈਜੈਕ ਕਰਨ ਤੋਂ ਬਾਅਦ ਆਪਣੇ ਟੈਰਰਿਸਟ ਜਿਹੜੇ ਹੈ ਸਾਥੀ ਨੇ ਉਹਨਾਂ ਨੂੰ ਰਿਲੀਜ਼ ਕਰਾਉਣਾ ਹੁੰਦਾ। ਤਾਂ ਇਹ ਬਹੁਤ ਕੰਪਲੈਕਸ ਹੁੰਦੀਆਂ ਨੇ। ਐਕਸ਼ਨ ਕੁਝ ਹੁੰਦਾ, ਅਚੀਵਮੈਂਟਸ ਕੁਝ ਹੋਰ ਹੁੰਦੀਆਂ, ਟਾਰਗੇਟ ਕੁਝ ਹੋਰ। ਤੇ ਇਹ ਡਿਪੈਂਡਿੰਗ ਅਪਨ ਤੇ ਉਸ ਤੋਂ ਬਾਅਦ ਹੈ ਨੇਚਰ ਕੀ ਹੋ ਸਕਦੀ ਹੈ। ਮੋਟੀਵੇਸ਼ਨ ਪੋਜ਼ਿਟਿਵ ਹੁੰਦੀ ਹੈ, એનર્ਜਾਈਜ਼ਿੰਗ ਹੁੰਦੀ ਹੈ, ਫੋਰਸ ਹੈ ਜਿਹੜੀ ਸਾਡੇ ਅੰਦਰ ਕੰਮ ਕਰਦੀ ਹੈ, ਵਿਦਿਨ ਅਸ ਹੈ ਔਰ ਇਹ ਬਾਹਰੋਂ ਨਹੀਂ ਮਿਲਦੀ। ਜੇਕਰ ਤੁਹਾਡੇ ਅੰਦਰ ਮੋਟੀਵੇਸ਼ਨ ਨਾ ਹੋਵੇ, ਕੋਈ ਇੰਜੈਕਸ਼ਨ ਨਹੀਂ ਹੈ ਕਿ ਬਾਹਰੋਂ ਤੁਹਾਨੂੰ ਇੰਜੈਕਟ ਕਰ ਦਿੱਤਾ ਜਾਏਗਾ। ਤੁਹਾਡੇ ਅੰਦਰ ਕੋਈ એનર્ਜੀ ਹੋਵੇ, ਕੋਈ ਫਾਇਰ ਹੋਵੇ, ਉਸ ਨੂੰ ਇਗਨਾਈਟ ਕੀਤਾ ਜਾ ਸਕਦਾ। ਤਾਂ ਇਹ ਇਨਰ ਹੈ, ਇਹ ਬਾਹਰੋਂ ਇੰਜੈਕਟ ਨਹੀਂ ਕੀਤੀ ਜਾ ਸਕਦੀ, ਇਹਦੇ ਕੈਪਸੂਲ ਨਹੀਂ ਮਿਲਦੇ, ਇਹ ਤੁਹਾਡੇ ਅੰਦਰਲੀ ਡਿਜ਼ਾਇਰ ਹੈ। ਵਨ ਮੋਟੀਵੇਟ may result in the many different behavior। ਇੱਕ ਮੋਟੀਵੇਸ਼ਨ ਬਹੁਤ ਸਾਰੇ ਕੰਮ ਜਿਹੜੇ ਹੈ ਉਹ ਕਰਵਾ ਸਕਦੀ ਹੈ ਔਰ ਇਹ ਡਿਪੈਂਡ ਕਰਦਾ ਹੈ ਕਿ ਜਦੋਂ ਤੁਸੀਂ ਮੋਟੀਵੇਟ ਹੁੰਦੇ ਹੋ ਤਾਂ ਸਿਰਫ ਇੱਕ ਹੀ ਚੀਜ਼ ਨਹੀਂ, ਬਹੁਤ ਸਾਰੇ ਜਿਹੜੇ ਹੈ, ਮੰਨ ਲਓ ਤੁਹਾਡੇ ਅੰਦਰ ਡਿਜ਼ਾਇਰ ਆ ਜਾਵੇ ਕਿ ਮੈਂ ਆਪਣਾ ਜਿਹੜਾ ਹੈ weight lose ਕਰਨਾ ਹੈ। ਠੀਕ ਹੈ, ਜਦੋਂ weight lose ਕਰਨਾ ਹੈ ਤੇ ਉਹਦੇ ਲਈ ਤੁਹਾਨੂੰ ਐਕਸ਼ਨ ਕਰਨੇ ਹੈ, ਜਾਂ ਤੁਹਾਨੂੰ ਜਿਮਿੰਗ ਕਰਨੀ ਹੈ, ਜਾਂ ਤੁਹਾਨੂੰ ਮਾਰਨਿੰਗ ਐਕਸਰਸਾਈਜ਼ ਕਰਨੀ ਹੈ, ਜਾਂ ਤੁਹਾਨੂੰ ਆਪਣਾ ਕੋਈ ਜਿਹੜਾ ਹੈ ਡਾਈਟ ਪਲਾਨ ਉਸ ਨੂੰ ਚੇਂਜ ਕਰਨਾ ਹੈ। ਠੀਕ ਹੈ, ਤਾਂ ਇੱਕ ਮੋਟੀਵੇਸ਼ਨ ਤੁਹਾਡੇ ਬੜੇ ਸਾਰੇ ਬਿਹੇਵੀਅਰ ਨੂੰ ਅਫੈਕਟ ਕਰਦੀ ਹੈ। ਇਹ ਸਿਰਫ ਇੰਨਾ ਹੀ ਨਹੀਂ ਹੈ ਕਿ ਸਵੇਰੇ ਮਾਰਨਿੰਗ ਵਾਕ ਜਾਂਦੇ ਹੋ, ਸ਼ਾਮ ਨੂੰ ਜਿਮਿੰਗ ਵੀ ਕਰਦੇ ਹੋ, ਤੁਹਾਡਾ ਡਾਈਟ ਪਲਾਨ ਵੀ ਚੇਂਜ ਹੋ ਜਾਂਦਾ, ਤੁਸੀਂ ਕੌਨਸ਼ੀਅਸ ਵੀ ਹੋ ਜਾਂਦੇ ਹੋ, ਤੁਸੀਂ ਇਨਟੇਕਸ ਨੂੰ ਕੈਲਕੂਲੇਟ ਵੀ ਕਰਨਾ ਸ਼ੁਰੂ ਕਰ ਦਿੰਦੇ ਹੋ। ਪਰ ਮੋਟੀਵੇਸ਼ਨ ਇੱਕ ਹੈ, ਬਿਹੇਵੀਅਰ ਡਿਫਰੈਂਟ ਨੇ। ਤੁਹਾਡੀਆਂ ਇਨਟੇਕਸ ਘਟ ਜਾਂਦੀਆਂ ਨੇ, ਤੁਹਾਡੀ ਚੋਇਸ ਸਿਲੈਕਟਿਵ ਹੋ ਜਾਂਦੀ ਹੈ, ਤੁਹਾਡਾ ਜਿਹੜਾ ਰੂਟੀਨ ਹੈ ਉਹ ਡਿਫਰ ਕਰ ਜਾਂਦਾ ਹੈ। ਜਦੋਂ ਤੁਸੀਂ ਸਵੇਰ ਉੱਠਣਾ ਸ਼ੁਰੂ ਕਰਦੇ ਹੋ ਮਾਰਨਿੰਗ ਵਾਕ ਲਈ ਤਾਂ ਤੁਹਾਡੇ ਇੱਕ ਤਾਂ ਤੁਸੀਂ એનર્ਜਾਈਜ਼ਡ ਹੋ ਜਾਂਦੇ ਹੋ, ਪੋਜ਼ਿਟਿਵ એનર્ਜੀ ਤੁਹਾਡੇ ਚ ਆ ਜਾਂਦੀ ਹੈ। ਦੂਸਰਾ ਤੁਹਾਡਾ ਪੂਰਾ ਜਿਹੜਾ ਵਰਕ ਟਾਈਮ ਹੈ ਉਹ ਐਕਸਪੈਂਡ ਹੋ ਜਾਂਦਾ ਹੈ। ਤੀਸਰਾ ਤੁਸੀਂ ਡਿਸਪਲਿਨਡ ਹੋ ਜਾਂਦੇ ਹੋ, ਕਿਉਂਕਿ ਹੁਣ ਜਦੋਂ ਤੁਸੀਂ 5 ਵਜੇ ਉੱਠ ਪਏ ਹੋ ਤਾਂ ਤੁਸੀਂ ਤੁਹਾਡਾ 9 ਵਜੇ ਜੇ ਕਿਤੇ ਪਹੁੰਚਣਾ ਹੈ, ਯੂ ਆਲਵੇਜ਼ ਬੀ ਔਨ ਟਾਈਮ। ਤਾਂ ਬੜੇ ਸਾਰੇ ਡਿਫਰ ਏਰੀਆ ਜਿਹੜੇ ਨੇ ਉਹ ਇਫੈਕਟ ਹੋ ਜਾਂਦੇ ਆ। ਉਸ ਤੋਂ ਬਾਅਦ ਹੈ ਕਿ ਇੱਕੋ ਹੀ ਬਿਹੇਵੀਅਰ ਕਈ ਵਾਰ ਬਹੁਤ ਸਾਰੇ ਡਿਫਰੈਂਟ ਕਾਰਨਾਂ ਕਰਕੇ ਵੀ ਹੋ ਸਕਦਾ। ਠੀਕ ਹੈ, ਕਹਿੰਦੇ ਆ ਕਿ ਕੋਈ ਵੀ ਕਾਰਨ ਹੋ ਸਕਦਾ। ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ, ਠੀਕ ਹੈ, ਤੁਸੀਂ ਆਪਣੇ ਆਪ ਨੂੰ ਸਮਾਰਟ ਦਿਖਣਾ ਚਾਹੁੰਦੇ ਹੋ, ਅਟਰੈਕਟਿਵ ਦਿਖਣਾ ਚਾਹੁੰਦੇ ਹੋ, ਤੁਸੀਂ ਰਿਸਪੈਕਟਫੁਲ ਦਿਖਣਾ ਚਾਹੁੰਦੇ ਹੋ, ਤੁਸੀਂ ਆਪਣੀ ਐਕਸੈਪਟੈਂਸ ਸਮਾਜ 'ਚ ਬਣਾਉਣਾ ਚਾਹੁੰਦੇ ਹੋ। ਠੀਕ ਹੈ, ਤੁਸੀਂ ਆਪਣੀ ਰੈਕੋਗਨੀਸ਼ਨ ਬਣਾਉਣਾ ਚਾਹੁੰਦੇ ਹੋ, ਤੁਸੀਂ ਇੱਕ ਅੱਛਾ ਆਪਣੇ ਲਈ ਕੰਪੈਟੇਬਲ ਜਿਹੜਾ ਹੈ ਮੈਰਿਜ ਮੈਚ ਜਿਹੜਾ ਹੈ ਉਸ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਲਈ ਇੱਕ ਜੌਬ ਸਿਕਿਉਰ ਕਰਨਾ ਚਾਹੁੰਦੇ ਹੋ। ਇਹ ਸਾਰਾ ਕੁਝ ਤੁਹਾਨੂੰ ਇੱਕ ਕੰਮ ਕਰਨ ਤੇ ਮਜਬੂਰ ਕਰੇਗਾ, ਉਹ ਹੈ ਹਾਰਡ ਵਰਕ। ਤਾਂ ਬਿਹੇਵੀਅਰ ਇੱਕ ਹੈ ਹਾਰਡ ਵਰਕ। ਜੇ ਤੁਸੀਂ ਹਾਰਡ ਵਰਕ ਕਰਦੇ ਹੋ ਸਾਰੇ ਹੀ ਟਾਰਗੇਟ ਜਿਹੜੇ ਨੇ ਉਹ ਅਚੀਵ ਕੀਤੇ ਜਾ ਸਕਦੇ ਆ। ਜੇ ਹਾਰਡ ਵਰਕ ਕਰਦੇ ਹੋ ਤਾਂ ਜੌਬ ਆ ਜਾਏਗੀ, ਜੌਬ ਆਏਗੀ ਤਾਂ ਕਾਰ ਵੀ ਆ ਜਾਏਗੀ, ਕਾਰ ਆਏਗੀ ਤਾਂ ਤੁਹਾਡੀ ਰਿਸਪੈਕਟ ਰਿਗਾਰਡ ਬਣੀ ਜਾਏਗੀ ਤੇ ਉਹਦੇ ਲਈ ਤੁਹਾਨੂੰ ਸੂਟੇਬਲ ਮੈਚ ਵੀ ਮਿਲ ਜਾਏਗਾ। ਇਹਦਾ ਮਤਲਬ ਹੈ ਮੋਟਿਵਸ ਕਾਫੀ ਸਾਰੇ ਅਚੀਵ ਕੀਤੇ ਜਾ ਸਕਦੇ ਆ। ਬਿਹੇਵੀਅਰ ਇੱਕ ਹੈ ਹਾਰਡ ਵਰਕ, ਔਰ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਯੂ ਨੈਵਰ ਵਿਲ ਗੇਨ ਦਾ ਵੇਟ। ਤੁਸੀਂ ਇਹ ਪੋਸੀਬਲ ਹੀ ਨਹੀਂ ਹੈ ਕਿ ਤੁਸੀਂ ਵੇਟ ਗੇਨ ਕਰ ਦਿਓ, ਤੁਸੀਂ ਹਮੇਸ਼ਾ ਫਿਜ਼ੀਕ 'ਚ ਹੋਵੋਗੇ, ਫਿਟ ਹੋਵੋਗੇ। ਤਾਂ ਮੋਟਿਵ ਕਾਫੀ ਸਾਰੇ ਇੱਕੋ ਹੀ ਬਿਹੇਵੀਅਰ ਨਾਲ behavior can be used as an estimate of an individual's motive। ਅਸੀਂ ਬਿਹੇਵੀਅਰ ਨੂੰ ਦੇਖ ਕੇ ਦੱਸ ਸਕਦੇ ਹਾਂ ਇਨਸਾਨ ਦਾ ਟਾਰਗੇਟ ਕੀ ਹੈ। ਇਹ ਹੁੰਦਾ ਹੀ ਹੈ, ਹਮੇਸ਼ਾ ਹੀ ਹੁੰਦਾ ਹੈ। motives may operate in harmony or in a conflict।
ਮੋਟਿਵਸ ਜਿਹੜੇ ਨੇ, ਜਿਹੜੇ ਮੋਟੀਵੇਸ਼ਨ ਨੇ, ਇਹ ਹਾਰਮਨੀ ਚ ਲੋਕਾਂ ਦੇ ਨਾਲ ਸਹਿਮਤੀ ਨਾਲ ਵੀ ਹੋ ਸਕਦੀਆਂ ਨੇ, ਤੇ ਕਈ ਵਾਰ ਮੋਟੀਵੇਸ਼ਨ ਕਨਫਲਿਕਟ ਹੁੰਦਾ ਹੈ, ਜ਼ਿਆਦਾਤਰ ਕਨਫਲਿਕਟ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਲੋਕ ਵਿਰੋਧ ਚੋਂ ਵਿਕਾਸ ਕਰਦੇ ਆ। ਵਿਰੋਧ ਹਮੇਸ਼ਾ ਹੀ ਜਿਹੜਾ ਹੈ ਹਨਾ, ਜਿਹੜੇ ਡਿਫਰੈਂਸਿਸ ਨੇ ਉਹ ਹਮੇਸ਼ਾ ਹੀ ਤੁਹਾਨੂੰ ਡਿਵੈਲਪਮੈਂਟ ਵੱਲ ਲੈ ਜਾਂਦੇ ਨੇ। ਕਾਰਨ ਹੈ ਕਿ ਜਿਹੜੇ ਕਨਫਲਿਕਟਸ ਨੇ ਉਹ ਤੁਹਾਨੂੰ ਮਤਲਬ ਲੂਜ਼ ਵਿਨ ਦੀ ਸਿਚੁਏਸ਼ਨ ਤੇ ਲੈ ਕੇ ਆਉਂਦੇ ਆ, ਤੇ ਤੁਸੀਂ ਹਮੇਸ਼ਾ ਹਿਊਮਨ ਸਾਈਕੋਲੋਜੀ ਉਹ ਹਮੇਸ਼ਾ ਵਿਨਰ ਬਣਨਾ ਪਸੰਦ ਕਰਦੀ ਹੈ, ਤਾਂ ਉਹ ਤੁਹਾਨੂੰ ਇਗਨਾਈਟ ਕਰਦੀ ਹੈ, ਤੁਹਾਨੂੰ ਫੋਰਸ ਬਣਾ ਦਿੰਦੀ ਹੈ, ਠੀਕ ਹੈ, ਉਹ ਤੁਹਾਨੂੰ ਪੋਜ਼ਿਟਿਵ ਵੇ 'ਚ ਲੈ ਜਾਂਦੀ ਹੈ। ਦੂਸਰੇ ਪਾਸੇ ਕਨਫਲਿਕਟ ਜਿਵੇਂ ਹੁਣ ਅੱਜ ਕੱਲ੍ਹ ਚੱਲ ਰਿਹਾ ਹੈ, ਗਵਰਨਮੈਂਟ ਔਰ ਫਾਰਮਰਸ ਦਾ ਕਨਫਲਿਕਟ ਚੱਲ ਰਿਹਾ, ਠੀਕ ਹੈ, ਪਰ ਉਹ ਯੂਨੀਫਾਈ ਹੋ ਗਏ ਸਾਰੇ ਲੋਕ, ਉਹਨਾਂ ਦੀ એનર્ਜੀ ਇੱਕ ਪਾਸੇ ਹੋ ਗਈ। ਹਾਂ, ਫਾਰਮਰ ਇੱਕ ਜਗ੍ਹਾ ਤੇ ਹਾਰਮਨੀ 'ਚ ਆ ਗਏ। ਹਾਰਮਨੀ ਜਿਹੜੀ ਹੈ ਉਹ ਫੋਰਸ ਬਣ ਜਾਂਦੀ ਹੈ, ਔਰ ਉਹ ਤੁਹਾਨੂੰ ਮੋਟੀਵੇਟ ਕਰਦੀ ਹੈ ਕਿ ਉਸ ਸੰਘਰਸ਼ ਨੂੰ ਲੰਬੇ ਸਮੇਂ ਤੱਕ ਕਰਨ ਦੀ। ਜਿਵੇਂ ਆਜ਼ਾਦੀ ਦੀ ਲੜਾਈ ਕਿਵੇਂ ਲੜੀ ਗਈ, ਇੱਕ ਮੋਟਿਵ ਸੀਗਾ ਫਰੀडम, ਔਰ ਉਹਦੇ ਲਈ ਸਾਰੇ ਮਤਲਬ ਪੂਰੇ ਨੇਸ਼ਨ ਦੇ ਲੋਕ ਇੱਕ ਜਗ੍ਹਾ ਤੇ ਯੂਨੀਫਾਈ ਹੋ ਗਏ, ਤਾਂ ਉਹ ਇੱਕ ਕਾਰਨ ਹੋ ਸਕਦਾ ਹੈ ਜਿਹੜਾ ਆ ਜਾਂਦਾ ਹੈ। ਅਗਲਾ ਹੈ ਸਾਡੇ ਕੋਲ ਮੋਟਿਵ ਕਮਸ ਐਂਡ ਗੋ। ਮੋਟਿਵਸ ਆਉਂਦੇ ਜਾਂਦੇ ਰਹਿੰਦੇ, ਬਦਲਦੇ ਰਹਿੰਦੇ, ਕਿਉਂਕਿ ਫੇਜ਼ਸ ਦੇ ਨਾਲ ਮੋਟਿਵ ਬਦਲਦੇ ਰਹਿੰਦੇ ਆ। ਕਦੇ ਮੋਟਿਵ ਹੁੰਦਾ ਕਿ ਮੈਂ ਡਿਗਰੀ ਅਚੀਵ ਕਰਨੀ ਹੈ, ਕਦੇ ਹੁੰਦਾ ਮੈਂ ਘਰ ਬਣਾਉਣਾ, ਕਦੇ ਹੁੰਦਾ ਮੈਂ ਕਾਰ ਜਿਹੜੀ ਹੈ ਉਹ BMW ਲੈਣੀ ਹੈ, ਫਿਰ ਹੁੰਦਾ ਮੈਂ ਇੱਕ ਸੂਟੇਬਲ ਮੈਰਿਜ ਪਾਰਟਨਰ ਦੇਖਣਾ ਹੈ, ਫਿਰ ਹੁੰਦਾ ਮੈਂ ਬੱਚਿਆਂ ਨੂੰ ਯੂਰਪ 'ਚ ਸੈਟਲ ਕਰਨਾ ਹੈ, ਫਿਰ ਹੁੰਦਾ ਹੁਣ ਮੈਂ ਬਿਰਧ ਆਸ਼ਰਮ ਦੇਖਣਾ ਹੈ। ਤਾਂ ਮੋਟਿਵ ਬਦਲਦੇ ਰਹਿੰਦੇ, ਤਾਂ ਉਹ ਉਸ ਦੇ ਅਕੋਰਡਿੰਗ ਜਿਹੜਾ ਹੈ ਆਉਂਦੇ ਜਾਂਦੇ ਰਹਿੰਦੇ, ਕਿਉਂਕਿ ਇਹ ਮਤਲਬ these are related to the phases of life। ਅਗਲੀ ਹੈ ਮੋਟਿਵਸ ਇੰਟਰੈਕਟ ਵਿਦ ਦਾ এনवायरमेंट। ਟ੍ਰਿਗਰ ਕਿਵੇਂ ਹੁੰਦੀ ਹੈ ਜਾਂ ਸਪਰੈਸ ਕਿਵੇਂ ਹੁੰਦਾ ਹੈ? ਟ੍ਰਿਗਰ ਕਿਵੇਂ ਹੁੰਦਾ, ਜੇ ਤੁਸੀਂ ਪੋਜ਼ਿਟਿਵ এনवायरमेंट ਚੋਂ ਤਾਂ ਟ੍ਰਿਗਰ ਹੋ ਜਾਂਦੇ ਤੁਹਾਡੇ ਅੰਦਰ ਜਿਹੜੇ ਇਨਸਟਿੰਕਟਸ ਨੇ, ਉਹ ਤੁਹਾਨੂੰ ਹੋਰ ਕੰਮ ਕਰਨ ਲਈ ਜਿਹੜਾ ਹੈ ਬਣਾਉਂਦੇ। ਜਦੋਂ এনवायरमेंट ਪੋਜ਼ਿਟਿਵ ਹੋਵੇ, ਜਿਵੇਂ ਇੰਡੀਆ ਦੀ ਗੱਲ ਕਰਦੇ, ਇੰਡੀਆ 'ਚ ਇੰਡਸਟਰੀਲਾਈਜੇਸ਼ਨ ਇਸ ਕਰਕੇ ਟ੍ਰਿਗਰ ਨਹੀਂ ਹੋ ਪਾਈ ਕਿਉਂਕਿ ਸਾਡਾ এনवायरमेंट ਕਰਪਟ ਸੀਗਾ। ਉਹਨੇ ਇੰਨੇ ਬਰੀਅਰ ਕ੍ਰੀਏਟ ਕੀਤੇ ਕਿ ਬਾਹਰੋਂ ਲੋਕ ਯੂਰਪ ਤੋਂ ਆ ਕੇ ਜਾਂ ਫੋਰਨਰ ਆ ਕੇ ਸਾਡੇ ਇੱਥੇ ਇਨਵੈਸਟ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਪਹਿਲਾ ਮਿਨਿਸਟਰ ਕਹਿੰਦਾ ਮੇਰਾ ਕਿੰਨੇ % ਸ਼ੇਅਰ ਰੱਖੇਗਾ, ਫਿਰ DC ਕਹਿੰਦਾ ਮੇਰਾ ਕਿੰਨਾ ਹੋਏਗਾ, ਫਿਰ ਪਾਰਟਿਕੂਲਰ SDM ਕਹਿੰਦਾ ਮੇਰਾ ਕਿੰਨਾ ਹੋਏਗਾ, ਫਿਰ ਪੋਲਿਊਸ਼ਨ ਡਿਪਾਰਟਮੈਂਟ ਦਾ ਹੈਡ ਕਹਿੰਦਾ, ਫਿਰ ਕੋਈ ਜਿਹੜਾ ਹੈ ਬਿਲਡਿੰਗ ਕਲੈਰੀਫਿਕੇਸ਼ਨ ਦੇਣ ਵਾਲਾ ਉਹ ਦਿੰਦਾ, ਫਿਰ ਇਲੈਕਟ੍ਰਿਸਿਟੀ ਪਾਵਰ ਜਨਰੇਸ਼ਨ ਦਾ ਚੇਅਰਮੈਨ ਕਹਿੰਦਾ ਮੈਂ ਕਨੈਕਸ਼ਨ ਦੇਣਾ, ਮੇਰਾ ਕਿੰਨਾ ਹੋਏਗਾ। ਤਾਂ ਉਹ ਜਦੋਂ ਉਹਨੂੰ ਦੇਖਦਾ ਹੈ ਤਾਂ ਅਲਟੀਮੇਟ 30-40% ਸ਼ੇਅਰ ਉਹ ਲੋਕਾਂ ਨੂੰ ਬਣ ਚੁੱਕਾ ਹੁੰਦਾ, ਤਾਂ ਉਹਨੂੰ ਲੱਗਦਾ ਕਿ ਮੇਰਾ ਜਿਹੜਾ ਪ੍ਰੋਫਿਟ ਸੀਗਾ ਉਹ ਨਿਕਲ ਗਿਆ। ਤਾਂ ਪੋਜ਼ਿਟਿਵ ਤੇ ਨੈਗੇਟਿਵ এনवायरमेंट ਜਿਹੜਾ ਹੈ ਉਹ ਤੁਹਾਡੇ ਅੰਦਰ ਜਿਹੜੇ ਹੈ ਇੰਪੈਕਟ ਕਰਦਾ ਹੈ। ਜੇ ਪੋਜ਼ਿਟਿਵ ਮਿਲਦਾ ਹੈ ਤਾਂ ਤੁਸੀਂ ਪੋਜ਼ਿਟਿਵਲੀ ਮੋਟੀਵੇਟ ਹੁੰਦੇ ਹੋ, ਜੇ ਨੈਗੇਟਿਵ এনवायरमेंट ਮਿਲਦਾ ਤਾਂ ਤੁਸੀਂ ਸਟ੍ਰੈਸ। ਤਾਂ ਦਿਸ ਇਜ਼ ਆਲ ਅਬਾਊਟ। ਮੈਂ ਸੋਚਦਾ ਵੀ ਅੱਗੇ ਵਾਲਾ ਆਪਾਂ ਪ੍ਰੋਸੈਸ ਜਾਂ ਟਾਈਪਸ ਜਿਹੜੀਆਂ ਨੇ ਉਹ ਫੇਰ ਕਰਦੇ ਰਵਾਂਗੇ। ਪਹਿਲਾ ਜਿਹੜਾ ਮੈਂ ਟਾਰਗੇਟ ਅਚੀਵ ਕਰਨਾ ਚਾਹੁੰਦਾ ਸੀਗਾ ਉਹਨਾਂ ਮੈਂ ਡਿਸਕਸ ਕਰ ਲਿਆ।